ਉਸ ਅੰਮ੍ਰਿਤਸਰ ਤੋਂ ਬਾਅਦ 10-11 ਸਾਲ ਰਹਿਣ ਤੋਂ ਬਾਅਦ ਕਰਤਾਰਪੁਰ ਮੂਵ ਹੁੰਦੇ ਹਨ ਆਪਣੇ ਡੈਡ ਨਾਲ, ਗੁਰੂ ਹਰਗੋਬਿੰਦ। ਕਰਤਾਰਪੁਰ ਕਿਉਂ ਮੂਵ ਹੁੰਦੇ ਹਨ? ਬਿਕਾਜ਼ ਜਿਹੜੇ ਮੀਣੇ ਹਨ, ਜਿਹੜੇ ਪ੍ਰਿਥੀ ਚੰਦ ਦੇ ਬੇਟੇ ਹਨ ਅੱਗੇ, ਸੋਢੀ ਹਰਜੀ ਵਗੈਰਾ, ਉਹਨਾਂ ਨਾਲ ਉਹ ਪ੍ਰੋਬਲਮ ਕ੍ਰੀਏਟ ਕਰਦੇ ਹਨ। ਮਹਾਰਾਜ ਚਾਹੁੰਦੇ ਨਹੀਂ ਹਨ ਕਿ ਸਾਰਿਆਂ ਦੇ ਸਾਹਮਣੇ ਆਪਣੀ ਡਰਟੀ ਲਾਂਡਰੀ ਵਿਛਾਈ ਜਾਏ, ਐਂਡ ਐਵਰੀਥਿੰਗ। ਐਂਡ ਮੁਗਲਾਂ ਨਾਲ ਮੀਰੀ ਪੀਰੀ ਦੀ ਤਲਵਾਰ ਪਹਿਰਨ ਦੇ ਨਾਲ ਉਹ ਨਹੀਂ ਚਾਹੁੰਦੇ ਕਿ ਮੁਗਲਾਂ ਦਾ ਅਟੈਕ ਜਿਹੜਾ ਹੈ ਅੰਮ੍ਰਿਤਸਰ ਦੇ ਉੱਤੇ ਹੋਵੇ, ਦਰਬਾਰ ਸਾਹਿਬ ਤੇ ਹਮਲਾ ਹੋਵੇ। ਇਹਨਾਂ ਰੀਜ਼ਨ ਦੇ ਕਾਰਨ ਕਰਤਾਰਪੁਰ ਮੂਵ ਹੋ ਜਾਂਦੇ ਹਨ, ਜਸਟ ਟੂ ਮੇਕ ਸ਼ੋਰ ਕਿ ਉਹ ਕਰਤਾਰਪੁਰ ਨਹੀਂ ਹੈ ਜਿਹੜਾ ਗੁਰੂ ਨਾਨਕ ਸਾਹਿਬ ਵਾਲਾ ਕਰਤਾਰਪੁਰ ਜਿਹੜਾ ਪਾਕਿਸਤਾਨ ਚ ਹੈ। ਦਿਸ ਇਜ਼ ਅ ਡਿਫਰੈਂਟ ਕਰਤਾਰਪੁਰ ਨੀਅਰ ਜਲੰਧਰ। ਉੱਥੋਂ ਮਹਾਰਾਜ ਫਿਰ ਕਰਤਾਰਪੁਰ ਰਹਿੰਦੇ ਹਨ ਆਪਣੇ ਪਿਤਾ ਗੁਰੂ ਨਾਲ, ਬੜੀਆਂ ਲੜਾਈਆਂ ਵੀ ਲੜਦੇ ਹਨ। ਇੱਥੇ ਫੇਮਸ ਬੈਟਲ ਆਫ ਕਰਤਾਰਪੁਰ 1635 ਦੀ ਲੜਾਈ ਵਿੱਚ ਜਦੋਂ ਬਹੁਤ ਬਹਾਦਰੀ ਨਾਲ ਲੜਦੇ ਹਨ ਆਪਣੇ ਪਿਤਾ ਗੁਰੂ ਹਰਗੋਬਿੰਦ ਨਾਲ, ਤੇ ਮਹਾਰਾਜ ਉਹਨਾਂ ਨੂੰ ਵਰ ਦਿੰਦੇ ਹਨ ਕਿ ਤੁਸੀਂ ਬਹੁਤ ਬਹਾਦਰ ਹੋ, ਤੁਸੀਂ ਨਾਮ ਦੇ ਬਹਾਦਰ ਵੀ ਹੋ ਤੇ ਤੇਗ ਦੇ ਬਹਾਦਰ ਵੀ ਹੋ, ਤਲਵਾਰ ਚਲਾਉਣ ਚ ਹੀ ਬਹਾਦਰ ਹੋ, ਤੇ ਨਾਮ ਬਦਲ ਕੇ ਤੇਗ ਬਹਾਦਰ ਰੱਖਿਆ ਜਾਂਦਾ ਹੈ। ਪਹਿਲੇ ਤਿਆਗਮਲ ਨਾਂ ਸੀ ਉਹਨਾਂ ਦਾ, ਬਚਪਨ ਦਾ ਨਾਮ ਜਿਹੜਾ ਹੈ ਤਿਆਗਮਲ ਸੀ। ਉਸ ਤੋਂ ਬਾਅਦ ਫਿਰ ਮਹਾਰਾਜ ਉਹਨਾਂ ਨੂੰ ਹੁਕਮ ਦਿੰਦੇ ਹਨ ਕਿ ਤੁਸੀਂ ਬਾਬਾ ਬਕਾਲਾ ਚਲੇ ਜਾਓ ਆਪਣੇ ਨਾਨਕੇ। ਸੋ ਉਹਨਾਂ ਦੀ ਵਾਈਫ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਨਾਨਕੀ ਨਾਮ ਹੈ ਉਹਨਾਂ ਦਾ, ਉਹਨਾਂ ਨਾਲ ਉਹ ਫਿਰ ਉੱਥੇ ਬਾਬਾ ਬਕਾਲਾ ਚਲੇ ਜਾਂਦੇ ਹਨ। ਬਾਬਾ ਬਕਾਲਾ ਫਿਰ ਘੱਟੋ ਘੱਟ ਬਹੁਤ ਸਾਲ ਰਹਿੰਦੇ ਹਨ ਬਾਬਾ ਬਕਾਲਾ। Historians believe he lived there for more than 20 years, 20 to 21 years in Baba Bakala. ਬਾਬਾ ਬਕਾਲਾ ਉੱਥੇ ਰਹਿੰਦੇ ਹਨ, ਫਿਰ ਆਉਂਦੇ ਹਨ ਕਰਤਾਰਪੁਰ ਸਾਹਿਬ, ਚਲੇ ਜਾਂਦੇ ਹਨ ਵਾਪਸ ਬਾਬਾ ਬਕਾਲਾ। ਆਣਾ ਜਾਣਾ ਲੱਗਿਆ ਰਹਿੰਦਾ ਹੈ। If everybody can just mute themselves though, ਸਵੀਟੀ ਮੈਂ ਤੁਹਾਨੂੰ ਦੇ ਰਿਹਾ to write though, to hold on, to make you a co-host. Okay, so you can, ਮਿਲ ਗਿਆ ਤੁਹਾਨੂੰ? Okay. ਬਾਬਾ ਬਕਾਲਾ ਜਦੋਂ ਰਹਿੰਦੇ ਹਨ, ਆਂਦੇ ਜਾਂਦੇ ਆਣਾ ਜਾਣਾ ਲੱਗਿਆ ਰਹਿੰਦਾ ਹੈ ਕਰਤਾਰਪੁਰ। 1644 ਵਿੱਚ, now he is approximately 23 years old ਹਨ। 1644 ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੋਤੀ ਜੋਤ ਸਮਾਉਂਦੇ ਹਨ ਕਰਤਾਰਪੁਰ ਸਾਹਿਬ। ਉਸ ਛੋਟੀ ਉਮਰ ਵਿੱਚ, 23 ਸਾਲ ਦੀ ਉਮਰ ਵਿੱਚ ਵਾਪਸ ਉਹਨਾਂ ਦੀ ਜੋਤੀ ਜੋਤ ਸਮਾਉਣ ਦੀ ਜਿਹੜੀ ਰਸਮ ਜਿਹੜੀ ਹੈ, ਜਿਹੜੀ ਕ੍ਰੀਮੇਸ਼ਨ ਤੋਂ ਬਾਅਦ, ਸੰਸਕਾਰ ਤੋਂ ਬਾਅਦ ਵਾਪਸ ਬਾਬਾ ਬਕਾਲਾ ਆ ਜਾਂਦੇ ਹਨ। ਤੇ ਫਿਰ ਬੜਾ ਭਾਰੀ ਤਪ ਕੀਤਾ ਹੈ ਉੱਥੇ ਉਹਨਾਂ ਨੇ। ਉੱਥੇ ਹੁਣ ਵੀ ਭੋਰਾ ਸਾਹਿਬ ਗੁਰਦੁਆਰਾ ਹੈ ਬਾਬਾ ਬਕਾਲਾ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ। ਭੋਰਾ ਸਾਹਿਬ ਉੱਥੇ ਅੰਦਰ ਤਪ ਥੱਲੇ ਜਗ੍ਹਾ, ਤਪ ਸਥਾਨ ਹੈ ਥੱਲੇ, ਜਿੱਥੇ ਮਹਾਰਾਜ ਮਤਲਬ ਕਿ ਇਹੋ ਜਿਹਾ ਤਪ ਨਹੀਂ ਹੈ ਉਹ ਰਾਵਣ ਵਰਗਾ ਕਿ ਇੱਕ ਵਾਰੀ ਗਏ ਤੇ ਫਿਰ ਆਏ ਹੀ ਨਹੀਂ 15 ਸਾਲ ਬਾਅਦ। ਉਸ ਤਰ੍ਹਾਂ ਦਾ ਤਪ ਨਹੀਂ ਹੈ। ਇਹ ਮੈਡੀਟੇਸ਼ਨ ਜਿਹੜੀ ਹੈ ਉਹਨਾਂ ਦੀ ਰੋਜ਼ ਚੱਲਦੀ ਹੈ ਉਹਨਾਂ ਦੀ, ਪਰ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ, ਆਪ ਮਿਲਦੇ ਹਨ ਸੰਗਤਾਂ ਨੂੰ, ਹਾਲੇ ਗੁਰੂ ਨਹੀਂ ਬਣੇ। ਅੱਗੇ ਜਾ ਕੇ ਫਿਰ 1656 ਤੱਕ ਕਰੀਬਨ ਬਾਬਾ ਬਕਾਲਾ ਰਹਿੰਦੇ ਹਨ। ਤੇ ਉਸ ਤੋਂ ਬਾਅਦ ਫਿਰ 1656-57 ਵਿੱਚ ਮਹਾਰਾਜ ਪਹਿਲਾ ਈਸਟ ਦਾ ਡੋਰਾ ਲੈਂਦੇ ਹਨ, ਜਿਹੜਾ ਹਰਿਦੁਆਰ ਤੱਕ ਜਾਂਦੇ ਹਨ। ਉਸ ਤੋਂ ਬਾਅਦ ਫਿਰ 2 ਸਾਲਾਂ ਬਾਅਦ ਵਾਪਸ ਬਾਬਾ ਬਕਾਲਾ ਆ ਜਾਂਦੇ ਹਨ। ਬਾਬਾ ਬਕਾਲਾ ਫਿਰ 1660 ਤੋਂ ਲੈ ਕੇ 1664 ਤੱਕ ਫਿਰ ਬਾਬਾ ਬਕਾਲਾ ਜਿਹੜਾ ਹੈ ਦੁਬਾਰਾ ਬਾਬਾ ਬਕਾਲੇ ਤੋਂ ਈਸਟ ਕੋਸਟ ਦਾ ਟ੍ਰਿਪ ਲੈਂਦੇ ਹਨ। ਈਸਟ ਕੋਸਟ ਕਹਿ ਰਹੇ ਹਾਂ, ਈਸਟਰਨ ਇੰਡੀਆ ਦਾ। ਤੇ ਪਟਨਾ ਤੱਕ ਜਾਂਦੇ ਹਨ ਮਹਾਰਾਜ, ਗਿਆ ਪਟਨਾ, ਬਨਾਰਸ, ਮਥੁਰਾ, ਜਿਹੜੇ ਵੱਡੇ ਤੀਰਥ ਸਥਾਨ ਹਨ ਜਿਹੜੇ। ਤੇ ਇਹ ਕੋਈ ਕਿਸੇ ਨੂੰ ਲੱਗੇ ਨਾ ਕਿ ਇਹ ਕੀ ਹਿੰਦੂ ਤੀਰਥਾਂ ਸਥਾਨਾਂ ਤੇ ਅਸੀਂ ਕਿਉਂ ਜਾ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਵੀ ਆਪਣੀ ਉਦਾਸੀਆਂ ਤੇ ਹਰ ਇੱਕ ਹਿੰਦੂ ਤੀਰਥ ਸਥਾਨ ਤੇ ਮੁਸਲਮਾਨਾਂ ਦੇ ਤੀਰਥ ਸਥਾਨ ਤੇ ਗਏ ਹਨ। ਉੱਥੇ ਵਾਰਤਾਲਾਪ ਕਰਨ ਜਾਂਦੇ ਹਨ, ਲੋਕਾਂ ਨੂੰ ਸਿੱਧੇ ਰਸਤੇ ਪਾਉਣ ਜਾਂਦੇ ਹਨ। ਤੇ ਜਦੋਂ ਉਸ ਟ੍ਰਿਪ ਤੇ ਵਾਪਸੀ ਤੇ 1664 ਵਾਲੇ ਟ੍ਰਿਪ ਤੇ ਵਾਪਸੀ ਤੇ ਉਹਨਾਂ ਦੀ ਮੁਲਾਕਾਤ ਦਿੱਲੀ ਹੁੰਦੀ ਹੈ ਗੁਰੂ ਹਰਕ੍ਰਿਸ਼ਨ ਮਹਾਰਾਜ ਨਾਲ। ਵਾਪਸ ਬਾਬਾ ਬਕਾਲਾ ਜਾਂਦੇ ਹਨ, ਤਦ ਤੱਕ ਗੁਰੂ ਹਰਕ੍ਰਿਸ਼ਨ ਮਹਾਰਾਜ ਉਹ ਜੋਤੀ ਜੋ ਸਮਾ ਜਾਂਦੇ ਹਨ। ਤੇ ਉੱਥੇ ਫਿਰ ਉਹ ਮੈਂ ਪੂਰੀ ਸਟੋਰੀ ਤੁਹਾਨੂੰ ਸੁਣਾਈ ਸੀ, ਸਾਖੀ ਜਿਹੜੀ ਹੈ ਬਾਬਾ ਬਕਾਲਾ ਦੀ। ਉਹਨਾਂ ਦੇ ਮੂੰਹੋਂ ਨਿਕਲਦਾ ਹੈ ਗੁਰੂ ਬਾਬਾ ਬਕਾਲਾ। ਉੱਥੇ ਫਿਰ ਗੁਰੂਸ਼ਿਪ ਮਿਲਦੀ ਹੈ ਉਹਨਾਂ ਨੂੰ 1665, ਅਪ੍ਰੋਕਸੀਮੇਟਲੀ 1664 ਦੇ ਐਂਡ ਵਿੱਚ 1665 ਵਿੱਚ, ਜਿੱਥੋਂ ਫਿਰ ਉਹ ਮੱਖਣ ਸ਼ਾਹ
तो सारी मैं सुनाई सी ਤੁਹਾਨੂੰ आई वी वेंट थ्रू द होल थिंग अबाउट किस तरह ਹੁਣ सोने ਦੀਆਂ ਮੋਹਰਾਂ ਜਿਹੜੀਆਂ ਹਨ ਉਹ ਪ੍ਰੋਮਿਸ ਕਰਦਾ ਹੈ ਤੇ ਫਿਰ ਉਹ ਨਕਲੀ ਗੁਰੂ 22 ਨਕਲੀ ਗੁਰੂ ਬਣ ਕੇ ਬੈਠ ਜਾਂਦੇ ਹਨ ਬਾਵੇ ਬਕਾਲੇ ਕਿਸ ਤਰ੍ਹਾਂ ਅਸਲੀ ਗੁਰੂ ਨੂੰ ਢੂੰਡਦੇ ਹਾਂ आई वेंट थ्रू द होल थिंग I'm not going to repeat it again ਉਸ ਤੋਂ ਬਾਅਦ ਫਿਰ ਉੱਥੋਂ ਗੁਰੂਸ਼ਿਪ ਜਦੋਂ ਗੁਰਿਆਈ ਮਿਲਦੀ ਹੈ ਗੁਰਿਆਈ ਮਿਲਣ ਤੋਂ ਥੋੜੀ ਦੇਰ ਬਾਅਦ ਜਿਹੜੀ ਰਿਆਸਤ ਹੈ ਜਿੱਥੇ ਬਿਲਾਸਪੁਰ ਜਿੱਥੇ ਮਾਡਰਨ ਬਿਲਾਸਪੁਰ ਹੈ ਕਾਹਲੂਰ ਨਾਂ ਹੈ ਸਟੇਟ ਦਾ ਉੱਥੇ ਦੀ ਰਾਜੇ ਦੀ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਰਾਣੀ ਇਨਵਾਈਟ ਕਰਦੀ ਹੈ ਉਹਨਾਂ ਨੂੰ ਕਿ ਤੁਸੀਂ ਆਓ ਤੇ ਉਹਨਾਂ ਦੇ ਸੰਸਕਾਰ ਤੇ ਕ੍ਰੀਮੇਸ਼ਨ ਤੇ ਉਹਨਾਂ ਨੂੰ ਕਿ ਉਹ ਜਾਂਦੇ ਹਨ ਉੱਥੇ ਤੇ ਉਸ ਦੌਰਾਨ 7 ਦਿਨ ਬਿਲਾਸਪੁਰ ਰਹਿੰਦੇ ਹਨ ਮੈਂ ਦੱਸਿਆ ਸੀ ਤੇ ਉਸ ਦੌਰਾਨ ਫਿਰ ਉਹਨਾਂ ਨੇ ਰਾਣੀ ਨੂੰ ਰਿਕੁਐਸਟ ਕਰਕੇ ਕਿ ਸਾਨੂੰ ਇੱਕ ਜਗ੍ਹਾ ਖਰੀਦਣੀ ਹੈ ਤੁਹਾਡੇ ਰਾਜ ਵਿੱਚ ਤੇ ਉਹ ਫਿਰ ਜਿੱਥੇ ਹੁਣ ਆਨੰਦਪੁਰ ਹੈ ਜਿੱਥੇ ਜਗ੍ਹਾ ਉਹ ਜਿਹੜਾ ਵਿਲੇਜ ਹੈ ਉਸ ਵੇਲੇ ਪੁਰਾਣਾ ਨਾਮ ਮਾਖੋਵਾਲ ਹੈ ਉਸ ਜਗ੍ਹਾ ਦਾ ਉਸ ਮਾਖੋਵਾਲ ਪਿੰਡ ਨੂੰ ਫਿਰ ਉਹ 500 ਰੁਪਏ ਦੀ ਰਜਿਸਟ੍ਰੇਸ਼ਨ ਫੀ ਨਾਲ ਉਸ ਵੇਲੇ ਕੀਮਤਾਂ ਇੰਨੀਆਂ ਹੀ ਹੁੰਦੀਆਂ ਸਨ 500 ਰੁਪਏ 800 ਰੁਪਏ ਦੀ ਉਹ ਸਿੱਖ ਸੰਗਤ ਦੇ ਨਾਂ ਤੇ ਆਪਣੇ ਮੌਮ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਮਨੇ ਕਿ ਸਿੱਖੀ ਦੇ ਨਾਂ ਤੇ ਉਹ ਜਗ੍ਹਾ ਲੈਂਦੇ ਹਨ ਤੇ ਉਸ ਜਗ੍ਹਾ ਦਾ ਨਾਮ ਬਦਲ ਕੇ ਚੱਕ ਨਾਨਕੀ ਰੱਖਿਆ ਜਾਂਦਾ ਹੈ ਉਸ ਜਗ੍ਹਾ ਦਾ ਨਾਮ ਤੇ ਇਹ ਖਰੀਦ ਕੇ ਜਗ੍ਹਾ ਤੇ ਮਹਾਰਾਜ ਫਿਰ ਇੱਕ ਲੰਬੇ ਟ੍ਰਿਪ ਤੇ ਜਾਂਦੇ ਹਨ ਦੁਬਾਰਾ ਸੈਕੰਡ ਟ੍ਰਿਪ ਤੇ ਮੈਂ ਦੱਸਿਆ ਸੀ ਉਸ ਟ੍ਰਿਪ ਵਿੱਚ ਫਿਰ 1665 ਵਿੱਚ ਉਹ ਟ੍ਰਿਪ ਸ਼ੁਰੂ ਹੁੰਦਾ ਹੈ ਤੇ ਐਜ਼ ਵੀ ਆਲ ਨੋ ਕਿ ਉਹ ਬੜਾ ਲੰਬਾ ਟ੍ਰਿਪ ਹੈ 4-5 ਸਾਲਾਂ ਦਾ ਜਦੋਂ ਮਹਾਰਾਜ ਜਾਂਦੇ ਹਨ ਦਿੱਲੀ ਕੁਰੂਕਸ਼ੇਤਰ ਹੋ ਕੇ ਮਥੁਰਾ ਸਾਰੇ ਵੱਡੇ ਵੱਡੇ ਤੀਰਥ ਸਥਾਨਾਂ ਤੇ ਹੋ ਕੇ ਬਨਾਰਸ ਪ੍ਰਯਾਗ ਵੀ ਜਾਂਦੇ ਹਨ ਬਨਾਰਸ ਜਾਂਦੇ ਹਨ ਗਿਆ ਜਾਂਦੇ ਹਨ ਤੇ ਜਦੋਂ ਪਟਨਾ ਪਹੁੰਚਦੇ ਹਨ ਤੇ ਪਟਨਾ ਜਦੋਂ ਪਹੁੰਚਦੇ ਹਨ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਵਾਈਫ ਮਾਤਾ ਗੁਜਰੀ ਜੀ ਪ੍ਰੈਗਨੈਂਟ ਹਨ ਤੇ ਉੱਥੇ ਉਹਨਾਂ ਨੂੰ ਗੁਰੂ ਜੀ ਨੂੰ ਉੱਥੇ ਮਾਤਾ ਜੀ ਨੂੰ ਛੋੜਦੇ ਹਨ ਮਾਮਾ ਕਿਰਪਾਲ ਚੰਦਰ ਨੂੰ ਛੋੜਦੇ ਹਨ ਕੁਝ ਸਿੱਖਾਂ ਨੂੰ ਛੋੜ ਕੇ ਆਪ ਰਾਜਾ ਰਾਮ ਸਿੰਘ ਨਾਲ ਜਿਹਦੇ ਨਾਲ ਆਏ ਸਨ ਉਹਦੇ ਨਾਲ ਉਹਨਾਂ ਤੋਂ ਲੈ ਕੇ ਬੰਗਾਲ ਚਲੇ ਜਾਂਦੇ ਹਨ ਮੁੰਗੇਰ ਹੋ ਕੇ ਮੈਂ ਦੱਸਿਆ ਸੀ ਕਿ ਢਾਕਾ ਵੀ ਰਹੇ ਹਨ ਬਹੁਤ ਦੇ ਢਾਕਾ ਤੋਂ ਨਾਰਥ ਧੂਬਰੀ ਵੀ ਜਾਂਦੇ ਹਨ ਜਿੱਥੇ ਰਾਜਾ ਰਾਮ ਰਾਏ ਨਾਲ ਮੁਲਾਕਾਤ ਹੁੰਦੀ ਹੈ ਜਿਹਦਾ ਚੈਪਟਰ ਗੁਰੂ ਕਲਗੀਧਰ ਚਮਤਕਾਰ ਦੇ ਪਹਿਲੇ ਵੋਲਿਊਮ ਵਿੱਚ ਸਟਾਰਟਿੰਗ ਵਿੱਚ ਆਇਆ ਹੈ ਰਾਜਾ ਰਤਨ ਰਾਏ ਦੇ ਨਾਲ ਥੱਲੇ ਉੱਥੋਂ ਵਾਪਸ ਢਾਕਾ ਆਉਂਦੇ ਹਨ ਤੇ ਢਾਕਾ ਜਦੋਂ ਵਾਪਸ ਪਹੁੰਚਦੇ ਹਨ ਤੇ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਜਿਹੜਾ ਹੈ ਬਹੁਤ ਜ਼ੁਲਮ ਕਰਦਾ ਪਿਆ ਹੈ ਹਰ ਜਗ੍ਹਾ ਹਾਹਾਕਾਰ ਮਚੀ ਹੋਈ ਹੈ ਦਿਸ ਇਜ਼ ਦ ਈਅਰ 1670 ਨਾਓ 1670 ਦੀ ਗੱਲ ਹੈ ਮਹਾਰਾਜ ਦੀ ਉਮਰ ਇਸ ਵੇਲੇ 49 ਇਅਰਸ 올ਡ ਹਨ 1621 ਦਾ ਬਰਥ ਹੈ ਤੇ ਇੱਥੇ ਜਦੋਂ ਪਹੁੰਚਦੇ ਹਨ ਜਦੋਂ ਤੇ ਖਬਰ ਜਦੋਂ ਆਂਦੀ ਹੈ ਔਰੰਗਜ਼ੇਬ ਦੀ ਤੇ ਫਿਰ ਰਾਜਾ ਰਾਮ ਸਿੰਘ ਨਾਲ ਗੱਲ ਕਰਦੇ ਹਨ ਕਿ ਨਹੀਂ ਅਸੀਂ ਹੁਣ ਵਾਪਸ ਜਾਣਾ ਹੈ ਪੰਜਾਬ ਤਰਾਈ ਮਚੀ ਹੋਈ ਹੈ ਹਰ ਜਗ੍ਹਾ ਅਸੀਂ ਤੁਹਾਡਾ ਹੁਣ ਸਾਥ ਨਹੀਂ ਦੇ ਸਕਦੇ ਕਿ ਹਰੀਡਲੀ ਬੜੀ ਤੇਜ਼ੀ ਨਾਲ ਕੂਚ ਕਰਦੇ ਹਨ ਢਾਕਾ ਤੋਂ ਮੁੰਗੇਰ ਹੁੰਦਿਆਂ ਹੋਇਆਂ ਪਟਨਾ ਪਹੁੰਚਦੇ ਹਨ ਪਟਨਾ ਪਹਿਲੀ ਵਾਰੀ ਜਦੋਂ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਉਸ ਵੇਲੇ 4 ਸਾਲ ਦੀ 4.5 ਸਾਲ ਦੀ ਅਵਸਥਾ ਹੈ ਛੋਟੇ ਹਨ ਬਹੁਤ ਮਾਤਾ ਗੁਜਰੀ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਉੱਥੇ ਤੇ ਜਿਨ੍ਹਾਂ ਨੇ ਪਟਨਾ ਜਿਹੜੇ ਗਏ ਹਨ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਪਟਨੇ ਗੁਰਦੁਆਰੇ ਗੁਰੂ ਕਾ ਬਾਗ ਗੁਰਦੁਆਰਾ ਹਰਮੰਦਰ ਸਾਹਿਬ ਗੁਰਦੁਆਰੇ ਤੋਂ ਬਹੁਤਾ ਦੂਰ ਨਹੀਂ ਹੈ ਅੱਗੋਂ ਉੱਥੇ ਮੁਲਾਕਾਤ ਹੁੰਦੀ ਹੈ ਉਹਨਾਂ ਦੀ ਐਂਡ ਦੈਨ ਦੇ ਹੋਲ ਦ ਐਂਟਾਇਰ ਪਾਰਟੀ ਦੈਨ ਵਾਕਸ ਓਵਰ ਜਿੱਥੇ ਹਰਮੰਦਰ ਸਾਹਿਬ ਜਿੱਥੇ ਹੁਣ ਜਗ੍ਹਾ ਹੈ ਜਿੱਥੇ ਰਹਿਣ ਦੀ ਤੇ ਉੱਥੇ ਮੁਲਾਕਾਤ ਹੋ ਕੇ ਮਹਾਰਾਜ 1-2 ਦਿਨ 4-5 ਦਿਨ ਪਟਨਾ ਰਹਿ ਕੇ ਵਾਪਸ ਚਲੇ ਜਾਂਦੇ ਹਨ ਤੇ ਫੈਮਿਲੀ ਪਿੱਛੇ ਪਟਨਾ ਰਹਿ ਜਾਂਦੀ ਹੈ ਫੈਮਿਲੀ ਫਿਰ 6-7-8 ਮਹੀਨੇ ਬਾਅਦ ਚਲਦੀ ਹੈ ਬਾਅਦ ਵਿੱਚ ਵਾਪਸ ਮਹਾਰਾਜ ਉੱਥੋਂ ਨਿਕਲ ਕੇ ਵਾਪਸ ਪ੍ਰਯਾਗ ਗਿਆ ਬਨਾਰਸ ਇਹ ਸਭ ਜਗ੍ਹਾ ਤੇ ਹੁੰਦਿਆਂ ਆਗਰੇ ਪਹੁੰਚਦੇ ਹਨ ਮੈਂ ਆਈ ਥਿੰਕ ਰਿਪੀਟ ਕਰ ਚੁੱਕਿਆ ਸਾਰਾ ਕੁਝ ਤੇ ਆਗਰੇ ਜਦੋਂ ਪਹੁੰਚਦੇ ਹਨ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਗਰਾ most historians believe ਕਿ he was arrested first time there some people believe he was arrested second time there ਆਗਰੇ ਜਿਨ੍ਹਾਂ ਨੇ ਗੁਰਦੁਆਰੇ ਦਰਸ਼ਨ ਕੀਤੇ ਹਨ ਗੁਰਦੁਆਰਾ ਗੁਰੂ ਕਾ ਤਾਲ ਨਹੀਂ ਦਰਸ਼ਨ ਕੀਤੇ ਅਗਲੀ ਵਾਰੀ ਆਗਰੇ ਜਾਓ ਤੇ ਦਰਸ਼ਨ ਕਰੋ 9ਵੇਂ ਗੁਰੂ ਦਾ ਚਰਨ ਛੋਹ ਅਸਥਾਨ ਹੈ ਗੁਰੂ ਕਾ ਤਾਲ ਗੁਰਦੁਆਰਾ ਆਗਰੇ ਮਹਾਰਾਜ ਅਰੈਸਟ ਹੁੰਦੇ ਹਨ ਉੱਥੇ ਦੁਬਾਰਾ ਅਰੈਸਟ ਕਰਕੇ ਵਾਪਸ ਦਿੱਲੀ ਲੈ ਜਾਇਆ ਜਾਂਦਾ ਹੈ ਤੇ ਲੇਕਿਨ ਛੋੜ ਦਿੱਤਾ ਜਾਂਦਾ ਹੈ ਕੁਝ 1 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ
ਮਹਾਰਾਜ ਦਿੱਲੀ ਤੋਂ ਚੱਲ ਕੇ ਵਾਪਸ ਅਨੰਦਪੁਰ ਸਾਹਿਬ ਪਹੁੰਚਦੇ ਹਨ ਤੇ ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲੇ ਦਿੱਲੀ ਤੋਂ ਚੱਲਣ ਦੇ ਟਾਈਮ ਹੀ ਹੁਕਮਨਾਮਾ ਜਾਰੀ ਕਰਦੇ ਹਨ ਤੇ ਮਾਮਾ ਕਿਰਪਾਲ ਚਰਨਧਰਨ ਨੂੰ ਰਿਕੁਐਸਟ ਕਰਦੇ ਹਨ ਕਿ ਫੈਮਿਲੀ ਨੂੰ ਲੈ ਕੇ ਫੌਰਨ ਪਟਨੇ ਤੋਂ ਤੁਸੀਂ ਵਾਪਸ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਜਾਓ। ਸਾਰੀ ਫੈਮਿਲੀ ਪਟਨਾ ਤੋਂ ਅਨੰਦਪੁਰ ਚਲੀ ਜਾਂਦੀ ਹੈ। ਲਖਨੌਰ ਮੁਲਾਕਾਤ ਹੁੰਦੀ ਹੈ ਉੱਥੇ ਫੈਮਲੀਜ਼ ਦੀ ਤੇ ਉੱਥੇ ਸਾਰੀ ਫੈਮਿਲੀ ਜਿਹੜੀ ਹੈ ਉਹ they move back to Anandpur. I think that's where I left it. ਅਨੰਦਪੁਰ ਸਾਹਿਬ ਤੋਂ ਬਾਅਦ ਫਿਰ ਮਹਾਰਾਜ ਦੋ ਹੋਰ ਈਸਟ ਕਹਿ ਰਿਹਾ ਮਾਲਵੇ ਦੇ ਦੋ ਟ੍ਰਿਪ ਹੋਰ ਲੈਂਦੇ ਹਨ, ਛੋਟੇ ਟ੍ਰਿਪ ਮਾਲਵੇ ਦੇ। ਉਹ ਲੈਣ ਤੋਂ ਬਾਅਦ ਇਹ 1672-73 ਦੀ ਗੱਲ ਹੈ, 1672 1673 ਦੇ ਕਰੀਬ ਇਹ ਦੋ ਜਿਹੜੇ ਟ੍ਰਿਪ ਜਿਹੜੇ ਲੈਂਦੇ ਹਨ ਜਿਹੜੇ। ਤੇ ਇਹਨਾਂ ਟ੍ਰਿਪਸ ਤੋਂ ਬਾਅਦ ਫਿਰ ਜਿਹੜਾ ਅਗਲਾ ਜਿਹੜੀਆਂ 1673-74 ਦਾ ਪਹਿਲਾ ਟ੍ਰਿਪ ਹੈ ਤੇ 1674-75 ਦਾ ਦੂਸਰਾ ਟ੍ਰਿਪ ਹੈ। ਇਹਨਾਂ ਦੋਨਾਂ ਟ੍ਰਿਪਸ ਦੇ ਵਿਚਕਾਰ something else happens in India, as I said. ਉਹ ਸੀ ਕਿ ਰਿਬੈਲੀਅਸ ਬੜੀ ਵੱਡੀ ਰਿਬੈਲੀਅਨ ਹੁੰਦੀ ਹੈ ਮੁਗਲ ਐਮਪਾਇਰ ਦੀ, one of the biggest rebellion in ਮੁਗਲ ਐਮਪਾਇਰ ਅਫਗਾਨਿਸਤਾਨ ਵਿੱਚ, ਕੰਦਹਾਰ ਦੇ ਰੀਜਨ ਵਿੱਚ ਪਠਾਣਾ ਨੇ ਕੀਤੀ ਬੜੀ ਵੱਡੀ। ਤੇ ਉੱਥੇ ਔਰੰਗਜ਼ੇਬ ਉਹਨਾਂ ਨੂੰ ਡੀਲ ਕਰਦਾ ਉਹਨਾਂ ਨਾਲ ਤੇ ਉਹਨੂੰ ਫਿਰ ਉਹ ਪੰਜਾਬ ਦੇ ਨੇੜੇ ਹੋਣ ਕਾਰਨ ਹਰ ਖਬਰ ਪਹੁੰਚਦੀ ਹੈ ਉਸਨੂੰ ਤੇ ਉਹ ਫਿਰ ਸ਼ਾਹੀ ਫਰਮਾਨ ਜ਼ਾਹਿਰ ਹੋ ਜਾਂਦਾ ਹੈ ਕਿ ਤੁਸੀਂ ਇਹਨਾਂ ਨੂੰ ਫਰਸਟ ਅਟੈਂਪਟ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਮਹਾਰਾਜ ਨੂੰ। ਐਂਡ ਐਜ਼ ਵੀ ਆਲ ਨੋ ਕਿ ਮੈਂ ਬਹੁਤਾ ਡਿਟੇਲਸ ਨਹੀਂ ਜਾਣਾ ਉਹਨਾਂ ਦੀ ਸ਼ਹੀਦੀ ਕਿਉਂਕਿ ਮੈਂ ਬਹੁਤ ਡਿਟੇਲਸ 2-4-5 ਮਹੀਨੇ ਪਹਿਲੇ ਸਾਰੀ ਕਵਰ ਕੀਤੀ ਸੀ। May 25th, 1675 is a very important date. 5 ਮਈ 1675 ਜਦੋਂ ਕਿਰਪਾ ਰਾਮ ਦੱਤ ਜਿਹੜੇ ਮਟਨ ਤੋਂ ਕਸ਼ਮੀਰ ਤੋਂ ਹਨ, ਉਹ ਇੱਕ ਵੱਡੀ ਪੰਡਤਾਂ ਦੀ ਇੱਕ ਬ੍ਰਾਹਮਣਾਂ ਦੀ ਇੱਕ ਬਹੁਤ ਵੱਡਾ ਗਰੁੱਪ ਜਿਹੜਾ ਹੈ ਅਨੰਦਪੁਰ ਸਾਹਿਬ ਪਹੁੰਚਦਾ ਹੈ। ਮਹਾਰਾਜ ਅੱਗੇ ਫਰਿਆਦ ਕਰਦੇ ਹਨ ਕਿ ਤੁਸੀਂ ਗੁਰੂ ਨਾਨਕ ਦੇ ਘਰ ਤੋਂ ਹੋ ਤੇ ਨਾਨਕ ਦੇ ਘਰ ਦੀ ਇੱਕ ਪ੍ਰਥਾ ਰਹੀ ਹੈ ਕਿ ਜੋ ਆਏ ਤੁਹਾਡੇ ਦਵਾਰ ਤੇ ਉਹ ਖਾਲੀ ਨਹੀਂ ਜਾਂਦਾ ਕਦੀ। ਤੇ ਸਾਡੇ ਤੇ ਬੜੀ ਵਿਪਤਾ ਹੈ, ਸਾਡੇ ਤੇ ਬਹੁਤ ਵੱਡੀ ਪ੍ਰੋਬਲਮ ਆ ਗਈ ਹੈ ਸਾਡੇ ਤੇ। ਸਾਨੂੰ ਔਰੰਗਜ਼ੇਬ ਜਿਹੜਾ ਹੈ ਸਵਾ ਮਣ ਜੰਜੂ ਲਾਂਦਾ ਹੈ ਰੋਜ਼ ਤੇ ਬਹੁਤ ਕਨਵਰਜਨ ਜਿਹੜੀਆਂ ਹਨ ਜਿਹੜੀਆਂ ਬਹੁਤ ਦੁਖੀ ਆ ਅਸੀਂ, ਸਾਡੇ ਦੁੱਖ ਹਰ ਲੋ ਤੁਸੀਂ। ਤੇ ਮਹਾਰਾਜ ਉੱਥੇ ਬਚਨ ਕਰਦੇ ਹਨ ਕਿ ਫਿਰ ਉਹਨੂੰ ਜਾ ਕੇ ਕਹਿ ਦਿਓ ਕਿ ਜੇ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਨੂੰ ਕਨਵਰਟ ਕਰ ਲਵੇ ਇਸਲਾਮ ਵਿੱਚ ਤੇ ਅਸੀਂ ਸਾਰੇ ਇਸਲਾਮ 'ਚ ਕਨਵਰਟ ਹੋ ਜਾਵਾਂਗੇ, ਤੇ ਜੇ ਨਹੀਂ ਕਰ ਸਕੇ ਤੇ ਫਿਰ ਛੋੜ ਦੇ ਸਾਰਿਆਂ ਨੂੰ। ਤੇ ਉੱਥੇ ਦੀ ਗੱਲ ਹੈ ਮਹਾਰਾਜ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਵਾਲੇ ਪਾਤਸ਼ਾਹ ਦਾ ਜਨਮ 1666 ਦਾ ਹੈ ਤੇ 9 ਸਾਲ ਦੀ ਅਵਸਥਾ ਹੋਣੀ ਹੈ, 9.5 years old ਹੋਣੇ ਜਦੋਂ ਪੰਡਤਾਂ ਦੀ ਟੋਲੀ ਜਿਹੜੀ ਅਨੰਦਪੁਰ ਸਾਹਿਬ ਜਾਂਦੀ ਹੈ ਜਦੋਂ, ਤੇ ਉੱਥੇ ਫਿਰ 9 ਸਾਲ ਦੇ 9.5 ਸਾਲ ਦੇ ਜਿਹੜੇ ਹਨ ਉਹ ਬੋਲ ਪੈਂਦੇ ਹਨ ਕਿ ਤੁਸੀਂ ਜਾਓ ਤੇ ਤਿਲਕ ਦੀ ਤੇ ਜੰਜੂ ਦੀ ਰੱਖਿਆ ਤੁਸੀਂ ਕਰੋ। ਹਾਲੇ ਕਿ ਮੈਂ ਪਹਿਲੇ ਵੀ ਕਹਿ ਆਇਆ ਤੇ ਦੁਬਾਰਾ ਕਹਿ ਰਿਹਾ ਹਾਂ ਕਿ ਇੱਕ 10 ਸਾਲ ਦੇ 9 ਸਾਲ ਦੇ ਗੁਰੂ ਨਾਨਕ ਵੀ ਹਨ, ਜਦੋਂ ਉਹਨਾਂ ਦੇ ਘਰ ਸੈਰੇਮਨੀ ਹੁੰਦੀ ਹੈ ਤੇ ਉਹ ਜੰਜੂ ਨਹੀਂ ਪਹਿਨਦੇ ਤੇ ਸਾਰੀ ਫੈਮਿਲੀ ਦੇ ਸਾਹਮਣੇ ਜੰਜੂ ਪਹਿਨ ਚੋਂ ਇਨਕਾਰ ਕਰ ਦਿੰਦੇ ਹਨ। ਤੇ ਇੱਕ 9.5 ਸਾਲ ਦੇ ਹਨ ਗੁਰੂ ਕਲਗੀਆਂ ਵਾਲੇ ਤੇ ਕਹਿੰਦੇ ਹਨ ਉਸ ਵੇਲੇ ਜੰਜੂ ਨਹੀਂ, ਅਸੀਂ ਨਹੀਂ ਜੰਜੂ ਪਹਿਨਨੇ, ਬਟ ਕੋਈ ਜ਼ਬਰਦਸਤੀ ਉਤਾਰੇ ਜੰਜੂ ਤੇ ਤਾਂ ਅਸੀਂ ਉਹਨਾਂ ਦੀ ਰੱਖਿਆ ਵਾਸਤੇ ਅੱਗੇ ਖੜੇ ਹੋ ਜਾਵਾਂਗੇ। ਇਹ ਇੱਕ ਬਹੁਤ ਵੱਡਾ ਹਿਊਮਨ ਕੀ ਰਾਈਟਸ ਦਾ ਇੱਕ ਬਹੁਤ ਵੱਡਾ ਇਸ਼ੂ ਲੈਂਦੇ ਹਨ। ਕਿਸੇ ਦੂਸਰੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਦੇਣ ਵਾਸਤੇ ਦੁਨੀਆ 'ਚ ਕੋਈ ਦੂਸਰੀ ਐਗਜ਼ਾਮਪਲ ਨਹੀਂ। ਤੇ ਕਲਗੀਧਰ ਪਿਤਾ ਆਪਣੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਲਗੀਧਰ ਪਿਤਾ ਵਿਚਿਤ੍ਰ ਨਾਟਕ ਵਿੱਚ ਕਰਦੇ ਹਨ ਇਹਨਾਂ ਲਾਈਨਾਂ ਦਾ ਕਿ ਉਹਨਾਂ ਵਰਗੀ ਕਿਰਿਆ ਕਿਸੇ ਨੇ ਕੀਤੀ ਨਾ ਤੇ ਕਰੇਗਾ, ਪਹਿਲੇ ਹੋਈ ਹੈ ਨਾ ਹੁਣ ਹੋਈ ਹੈ ਤੇ ਨਾ ਅੱਗੇ ਹੋਏਗੀ ਕਦੀ। ਤੇ ਇਹ ਕਿਰਿਆ ਸਿਰਫ ਇਹਨਾਂ ਦੇ ਸਿਰ ਤਾਜ, ਇਹ ਜਿਹੜਾ ਸ਼ਹੀਦੀ ਦਾ ਜਿਹੜਾ ਤਾਜ ਜਿਹੜਾ ਹੈ ਦੂਸਰੇ ਦੀ ਧਰਮ ਦੀ ਰੱਖਿਆ ਕਰਨ ਵਾਸਤੇ, ਹਿੰਦੂ ਧਰਮ ਦੀ ਰੱਖਿਆ ਕਰਨ, ਇਹ ਮੰਨਣ ਨਾ ਮੰਨਣ ਜੋ ਮਰਜ਼ੀ ਕਹਿਣ ਪਏ, ਇਹਨਾਂ ਦੇ ਆਪਣੇ ਰੈਕਰਡ ਤੁਸੀਂ ਅਗਰ ਕਸ਼ਮੀਰ ਵਿੱਚ ਜਾ ਕੇ ਦੇਖੋਗੇ ਤੇ ਕਲੀਅਰਲੀ ਰਿਫਲੈਕਟ ਕਰਦੇ ਹਨ ਕਿ ਇਹ ਡੇਟ ਉੱਥੋਂ ਹੀ ਮਿਲੀ ਹੈ ਸਾਨੂੰ, ਕਿ ਇਹ ਗਰੁੱਪ ਜਿਹੜਾ ਬ੍ਰਾਹਮਣਾਂ ਦਾ ਜਿਹੜਾ ਗਰੁੱਪ ਹੈ ਇਹ ਅਨੰਦਪੁਰ ਸਾਹਿਬ ਇਸ ਡੇਟ ਨੂੰ ਉੱਥੇ ਪਹੁੰਚਿਆ ਹੈ।
ਤੇ ਐਜ਼ ਵੀ ਆਲ ਨੋ ਕਿ ਛੋਟੇ 9.5 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੂੰਹ ਨਿਕਲੇ ਬਚਨ, ਉਸ ਵੇਲੇ ਗੁਰੂ ਨਹੀਂ ਸਨ ਬਣੇ ਹਲੇ, ਪਿਤਾ ਗੁਰੂ ਨੂੰ ਕਹੇ ਹੋਏ ਬਚਨ ਨੂੰ ਪੂਰੇ ਕਰਦੇ ਹੋਏ ਮਹਾਰਾਜ ਅਨੰਦਪੁਰ ਤੋਂ ਨਿਕਲਦੇ ਹਨ ਭਾਈ ਮਤੀ ਦਾਸ ਸਤੀ ਦਾਸ ਦੇ ਨਾਲ, ਐਜ਼ ਵੀ ਆਲ ਨੋ ਦੈਟ। ਥੋੜੀ ਦੂਰ ਹੀ ਚੱਲਦੇ ਹਨ ਰੋਪੜ ਦੇ ਕੋਲ, ਤੇ ਰੋਪੜ ਅਰੈਸਟ ਹੁੰਦੇ ਹਨ। ਮੁਗਲ ਰੈਕਰਡਸ ਵਿੱਚ ਬੜੇ ਡਿਟੇਲ ਰੈਕਰਡਸ ਆਰ ਅਵੇਲੇਬਲ। ਫੋਰਚੂਨੇਟਲੀ ਨੂਰ ਮੁਹੰਮਦ ਖਾਨ ਰੋਪੜ ਦਾ ਫੌਜਦਾਰ ਹੈ ਜਿਹੜਾ ਅਰੈਸਟ ਕਰਦਾ ਹੈ। ਹੁਣ ਵੀ ਉੱਥੇ ਛੋਟੀ ਜਗ੍ਹਾ ਹੈ, there's a small town in near Anandpur called Bassi Patana. You can look it up on the Google Maps. It still exists though. Bassi, Bassi, Patana, Pathan, you know. ਉੱਥੇ ਇੱਕ ਛੋਟੀ ਜੇਲ੍ਹ ਹੈ, ਕੋਤਵਾਲੀ ਹੈ। ਅਨਫੋਰਚੂਨੇਟਲੀ ਉਸ ਕੋਤਵਾਲੀ ਦੀ ਸੰਭਾਲ ਅਸੀਂ ਕੀਤੀ ਨਹੀਂ। ਲਾਸਟ when I look at the pictures of the ਕੋਤਵਾਲੀ, ਉਹਦੀਆਂ ਦੀਵਾਰਾਂ ਢਹਿ ਰਹੀਆਂ ਹਨ, ਬੁਰਾ ਹਾਲ ਹੈ ਉਹਦਾ ਕੋਤਵਾਲੀ ਦਾ। ਉਸ ਕੋਤਵਾਲੀ ਦੇ ਅੰਦਰ ਮਹਾਰਾਜ ਰਹਿੰਦੇ ਹਨ 4-5 ਦਿਨ, ਉੱਥੋਂ ਫਿਰ ਅਰੈਸਟ ਕਰਕੇ ਉਹਨਾਂ ਨੂੰ ਸਰਹੰਦ ਲਿਆ ਜਾਂਦਾ ਹੈ until further orders are issued. And as we all know ਕਿ ਜੁਲਾਈ 12th ਨੂੰ ਅਰੈਸਟ ਹੁੰਦੇ ਹਨ ਤੇ ਕਰੀਬ 4-5 ਮਹੀਨੇ ਰਹਿੰਦੇ ਹਨ ਸਰਹੰਦ, ਤੇ ਫਿਰ ਅਕਤੂਬਰ ਅਪਰੋਕਸੀਮੇਟਲੀ ਮਿਡ ਅਕਤੂਬਰ ਵਿੱਚ ਉਹਨਾਂ ਨੂੰ ਸ਼ਾਹੀ ਫਰਮਾਨ ਦੇ ਦੁਆਰਾ ਦਿੱਲੀ ਲਿਜਾਣ ਦੀ ਹੁਕਮ ਹੁੰਦਾ ਹੈ। ਮਹਾਰਾਜ ਨੂੰ ਫਿਰ ਇੱਕ ਪਿੰਜਰੇ 'ਚ ਬੰਦ ਕੀਤਾ ਜਾਂਦਾ ਹੈ, ਹਾਥੀ ਦੇ ਉੱਤੇ ਰੱਖ ਕੇ, ਲੋਹੇ ਦੇ ਪਿੰਜਰੇ ਵਿੱਚ ਤਸੀਹੇ ਦੇ ਕੇ ਉਹਨਾਂ ਨੂੰ ਦਿੱਲੀ ਬੁਲਾਇਆ ਜਾਂਦਾ ਹੈ। ਦਿੱਲੀ ਆਉਂਦੇ ਹਨ, ਤੇ ਦਿੱਲੀ ਜਿੱਥੇ ਸੀਸਗੰਜ ਸਾਹਿਬ ਗੁਰਦੁਆਰਾ ਜਿੱਥੇ ਹੈ, ਉਸ ਸੀਸਗੰਜ ਸਾਹਿਬ ਗੁਰਦੁਆਰੇ ਦੇ ਨਾਲ ਹੁਣ ਗੁਰਦੁਆਰੇ ਦੀ ਜਗ੍ਹਾ ਹੈ, ਪਰ ਮੁਗਲ ਟਾਈਮਸ ਵਿੱਚ ਇੱਕ ਕੋਤਵਾਲੀ ਹੁੰਦੀ ਸੀ, ਪਹਿਲੇ ਕੋਤਵਾਲੀ ਹੀ ਸੀ, ਤੇ ਕੋਤਵਾਲੀ ਜਿਹੜੀ ਹੈ ਉਹ ਪੁਲਿਸ ਸਟੇਸ਼ਨ ਹੁੰਦਾ ਹੈ। ਤੇ ਮੁਗਲ ਗਵਰਨਮੈਂਟ ਦੇ ਥੱਲੇ ਬਹੁਤ ਕਾਮਨ ਪ੍ਰੋਸੈਸ ਸੀ ਕਿ ਜਿੱਥੇ ਕੋਤਵਾਲੀ ਹੁੰਦੀ ਸੀ, ਜਿੱਥੇ ਪੁਲਿਸ ਸਟੇਸ਼ਨ ਹੁੰਦਾ ਸੀ, ਉਹਦੇ ਨਾਲ ਹੀ ਮਸਜਿਦ ਹੁੰਦੀ ਸੀ। ਐਂਡ ਦ ਰੀਜ਼ਨ ਇਜ਼ ਕਿ ਇਸਲਾਮ ਵਿੱਚ ਜਿਹੜੀਆਂ ਆਇਤਾਂ ਜਿਹੜੀਆਂ ਹਨ, ਇਸਲਾਮ ਦੇ ਜਿਹੜੇ ਰੂਲ ਜਿਹੜੇ ਹਨ, ਕਿ ਉਹ ਕੋਰਟ ਜਿਹੜਾ ਵੈ ਉਹ ਇੱਕ ਸ਼ਰੀਆ ਕੋਰਟ ਹੁੰਦਾ ਹੈ, ਜਿੱਥੇ ਹਰ ਫੈਸਲੇ ਕੀਤੇ ਜਾਂਦੇ ਹਨ ਸ਼ਰਾ ਦੇ ਹਿਸਾਬ ਦੇ ਨਾਲ। ਤੇ ਸ਼ਰੀਆ ਕੋਰਟ ਜਿਹੜਾ ਹੈ ਜਨਰਲੀ ਸਪੀਕਿੰਗ ਉਹ ਕਿਸੇ ਮਸਜਿਦ ਦੇ ਅੰਦਰ ਹੁੰਦਾ ਹੈ, ਤੇ ਮਸਜਿਦ ਜਿਹੜੀ ਹੈ ਐਜ਼ ਅ ਜਨਰਲ ਰੂਲ ਕੋਤਵਾਲੀ ਦੀ ਐਡਜੈਸੈਂਟ ਹੀ ਹੁੰਦੀ ਸੀ ਪਹਿਲੇ ਮੁਗਲ ਗਵਰਨਮੈਂਟ ਦੇ ਟਾਈਮ, ਬੜਾ ਕਾਮਨ ਸੀ ਇਹ ਫਿਨੋਮੇਨਾ। ਤੇ ਦਿੱਲੀ ਵਾਸ ਨੋ ਐਕਸੈਪਸ਼ਨ ਐਟ ਆਲ। ਹੁਣ ਵੀ ਅਗਰ ਤੁਸੀਂ ਦਰਸ਼ਨ ਜਦੋਂ ਕਰਦੇ ਹੋ ਸੀਸਗੰਜ ਗੁਰਦੁਆਰੇ ਦੇ ਨਾਲ ਕੋਤਵਾਲੀ, ਤੇ ਕੋਤਵਾਲੀ ਦੇ ਨਾਲ ਉਹ ਮਸਜਿਦ ਹੁਣ ਤੱਕ ਹੈ। ਮੈਂ ਜਦੋਂ ਪਰਸਨਲੀ ਜਦੋਂ ਜਾਣਾ ਦਿੱਲੀ, ਤੇ ਮੈਂ I always stand in front of that masjid and close my eyes and assume ਕਿ ਮਹਾਰਾਜ ਨੂੰ ਇੱਥੇ ਬੁਲਾਇਆ ਹੋਣਾ ਹੈ, ਇਸ ਮਸਜਿਦ ਦੇ ਅੰਦਰ ਹੀ ਕਿਧਰੇ, ਤੇ ਉਹਦੇ ਅੰਦਰ ਹੀ ਉਹਨਾਂ ਨੂੰ ਫਤਵਾ ਲਗਾਇਆ ਹੋਣਾ ਕਾਜ਼ੀ ਨੇ। ਤੇ ਹੁਣ ਮਸਜਿਦ ਹਾਲੇ ਤੱਕ ਹੈ, ਉਹ ਪੁਰਾਤਨ ਮਸਜਿਦ ਹੈ, ਹਿਸਟੋਰੀਕਲ ਵਿਊ ਪੁਆਇੰਟ ਤੋਂ ਔਰੰਗਜ਼ੇਬ ਦੇ ਟਾਈਮ ਤੋਂ ਪਹਿਲੇ ਦੀ ਮਸਜਿਦ ਹੈ ਉਹ। ਕੋਤਵਾਲੀ ਬਹੁਤ ਪੁਰਾਣੀ ਹੈ ਉਹ। ਦਿੱਲੀ ਜਿਹੜੇ ਰਹਿੰਦੇ ਹਨ, ਮਸਜਿਦ ਐਡਜੈਸੈਂਟ ਹੈ ਕੋਤਵਾਲੀ ਦੇ। ਤੇ ਕੋਤਵਾਲੀ last time Kamal said, you said ki 1970s which somewhere, I don't know when the Kotwali was given to the Gurdwara. Earlier the Kotwali was different. So British time which we that was a police station. But recently 1970s 80s with somewhere in that range, the Kotwali was handed to the Sikhs, as became a part of the Gurdwara property. Now it's a part of the Gurdwara property, the Kotwali. ਤੇ ਉਹ ਕੋਤਵਾਲੀ ਜਿਹੜੀ ਹੈ ਪੁਲਿਸ ਸਟੇਸ਼ਨ, ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਉੱਥੇ। ਤੇ then he is produced in the front of a qazi in the ਜਿਹੜੀ ਮਸਜਿਦ ਜਿਹੜੀ ਐਗਜ਼ਿਸਟ ਕਰਦੀ ਹੈ ਹੁਣ ਵੀ। we all know that ਕਿ ਕਾਜ਼ੀ ਉਹਨਾਂ ਨੂੰ ਚੋਇਸ ਦਿੰਦਾ ਹੈ ਕਿ ਤੁਸੀਂ ਇਸਲਾਮ ਨੂੰ ਐਕਸੈਪਟ ਕਰ ਲਓ, ਮਹਾਰਾਜ ਨਾ ਕਰ ਦਿੰਦੇ ਹਨ। ਤੇ ਫਿਰ ਦੂਸਰਾ ਹੁੰਦਾ ਕਿ ਤੁਸੀਂ ਕੋਈ ਕਰਾਮਾਤ ਦਿਖਾ ਲਓ, ਮਹਾਰਾਜ ਉਹ ਵੀ ਨਾ ਕਰ ਦਿੰਦੇ ਹਨ। ਤੇ ਐਜ਼ ਅ ਰਿਜ਼ਲਟ ਵੀ ਆਲ ਨੋ ਦੈਟ ਕਿ ਉਹਨਾਂ ਦੇ ਫਿਰ ਐਗਜ਼ੀਕਿਊਸ਼ਨ ਆਰਡਰ ਜਿਹੜੇ ਹਨ ਜਾਰੀ ਹੋ ਜਾਂਦੇ ਹਨ। ਤੇ ਡੇਟ ਜਿਹੜੀ ਲਿਖੀ ਜਿਹੜੀ ਮਿਲਦੀ ਹੈ, ਡੇਟ ਪਹਿਲੇ ਤਸੀਹੇ ਦਿੱਤੇ ਜਾਂਦੇ ਹਨ ਮਤੀ ਦਾਸ ਤੇ ਸਤੀ ਦਾਸ ਨੂੰ, ਡਰਾਇਆ ਜਾਂਦਾ ਹੈ ਮਹਾਰਾਜ ਨੂੰ ਬਹੁਤ ਜ਼ਿਆਦਾ, ਡਰ ਜਾਣ ਕਿਧਰੇ ਕਿ ਡਰ ਦੇ ਮਾਰ ਉਹਨਾਂ ਦੇ ਸਾਹਮਣੇ ਉਹਨਾਂ ਦੋਨਾਂ ਨੂੰ ਬੜੀ ਬੁਰੀ ਤਰੀਕੇ ਨਾਲ ਸ਼ਹੀਦ ਕਰਦੇ ਹਨ। ਜਦੋਂ ਪਤਾ ਲੱਗਦਾ ਹੈ ਕਿ ਨਹੀਂ ਕਿਸੇ ਕਿਸਮ ਦਾ ਡਰ ਕਬੂਲ ਨਹੀਂ ਹੋਇਆ, ਤੇ ਫਾਈਨਲੀ ਫਿਰ 11 ਨਵੰਬਰ 1675 11th of November 1675 ਥਰਸਡੇ ਦਾ ਦਿਨ ਸੀ ਉਸ ਦਿਨ,
ਉਸ ਦਿਨ ਸਵੇਰੇ ਫਿਰ ਪਬਲਿਕਲੀ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ। ਮੈਂ ਉਹਦੇ ਤੇ ਬਹੁਤੀ ਡਿਟੇਲ ਨਹੀਂ ਪੜ੍ਹਨੀ। ਥੱਲੇ ਸੀਜ਼ਨ ਗੁਰਦੁਆਰੇ ਥੱਲੇ ਖੂਹ ਹੈ, ਥੱਲੇ ਪੁਰਾਤਨ। ਹੁਣ I believe you cannot touch the water now, it's been covered permanently. ਜਦੋਂ ਮੈਂ ਛੋਟਾ ਸੀ ਤਾਂ you could go there and you could pull water up from there and drink from there. ਤੇ ਉਸ ਖੂਹ ਤੇ ਮਹਾਰਾਜ ਇਸ਼ਨਾਨ ਕਰਦੇ ਹਨ, ਤੇ ਇਸ਼ਨਾਨ ਕਰਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਦੇ ਹਨ, ਤੇ ਜਪਜੀ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਉਹਨਾਂ ਦਾ ਧੜ ਜਿਹੜਾ ਹੈ ਸੀਸ ਤੋਂ ਅਲੱਗ ਕੀਤਾ ਜਾਂਦਾ ਹੈ। ਤੇ ਹਿਸਟੋਰੀਕਲੀ ਇਹ ਵੀ ਲਿਖਿਆ ਆਇਆ ਹੈ ਕਿ ਉਹਨਾਂ ਦੀ ਸ਼ਹੀਦੀ ਦੇ ਟਾਈਮ ਕੋਈ ਮਿਲੇ ਨਾ ਜਿਹੜਾ ਜਲਾਦ ਜਿਹੜਾ ਐਕਸੈਪਟ ਕਰੇ ਇਹ ਵਾਲੀ ਅਸਾਈਨਮੈਂਟ, ਮੁਗਲ ਗਵਰਨਮੈਂਟ ਦੇ ਟਾਈਮ ਨਾ ਮਿਲੇ ਉਹਨਾਂ ਨੂੰ ਜਗ੍ਹਾ। ਬੜੀ ਖੋਜ ਪਤੇ, ਕਿਉਂਕਿ ਸੰਤ ਦੇ ਅੱਗੇ ਤਲਵਾਰ ਚੁੱਕਣੀ ਬਹੁਤ ਮੁਸ਼ਕਿਲ ਹੈ। ਈਵਨ ਇਸਲਾਮ ਵਿੱਚ ਵੀ ਬੜੀ ਇੱਜ਼ਤ ਮਾਨ ਸੀ ਉਹਨਾਂ ਦਾ। ਐਂਡ ਬਾਈ ਦਾ ਵੇ ਆਈ ਫੋਰਗਾਟ ਟੂ ਟੈਲ ਦਿਸ ਕਿ 1673-74 ਵਿੱਚ ਜਦੋਂ ਮਾਲਵੇ ਦੇ ਟ੍ਰਿਪ ਵਿੱਚ ਬੜੀ ਜਗ੍ਹਾ ਉਹ ਲੋਕ ਮੁਸਲਿਮ ਪੀਰਾਂ ਦੇ ਘਰ ਵੀ ਰਹੇ ਹਨ ਮਹਾਰਾਜ। ਉਹ ਬੜੇ ਅੱਛੇ ਰਿਲੇਸ਼ਨਸ਼ਿਪ ਸਨ ਮੁਸਲਮਾਨਾਂ ਨਾਲ ਵੀ, ਕੋਈ ਉਹ ਜਿਹੀ ਗੱਲ ਨਹੀਂ ਸੀ ਕੋਈ। ਸੋ ਬੜੇ ਡਰਦੇ ਸਨ ਲੋਕ ਕਿ ਸੰਤ ਦੇ ਅੱਗੇ ਤਲਵਾਰ ਨਹੀਂ ਚੁੱਕਣੀ ਅਸੀਂ ਕਿਸੇ ਪ੍ਰਮਾਤਮਾ ਦੇ ਪਿਆਰ ਕਰਨ ਵਾਲੇ ਦੇ ਉੱਤੇ। ਸੋ ਫਿਰ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਮਿਲਿਆ, ਉਹਦੇ ਤੇ ਡਿਟੇਲ ਨਹੀਂ ਮੈਨੂੰ ਜਾਣੀ ਹੋ, ਤੇ ਉਹ ਜਿਹੜਾ ਹੈ ਹਰਿਆਣੇ ਵਿੱਚ ਜਗ੍ਹਾ ਹੈ ਜਿੱਥੋਂ ਸਨ ਉਹ, ਉੱਥੋਂ ਫਿਰ ਬੰਦਾ ਸਪੈਸ਼ਲ ਲੈ ਕੇ ਦਿੱਲੀ ਆਏ ਜਿਹੜਾ ਤਿਆਰ ਹੋਇਆ। ਮਹਾਰਾਜ ਦੀ ਸ਼ਹੀਦੀ ਉੱਥੇ ਹੁੰਦੀ ਹੈ। ਨਾਲ ਹੁਕਮ ਜਾਰੀ ਕਰ ਦਿੰਦੇ ਹਨ ਕਿ ਕਿਸੇ ਨੇ ਇਹਨਾਂ ਦਾ ਧੜ ਜਿਹੜਾ ਹੈ ਜਾਂ ਇਹਨਾਂ ਦੇ ਸਰੀਰ ਦੇ ਜਿਹੜਾ ਛੂਏਗਾ, ਜਿਹੜਾ ਹੱਥ ਲਾਏਗਾ, ਉਹਨਾਂ ਦੀ ਉਹੀ ਹਾਲਤ ਕਰਾਂਗੇ ਜੋ ਇਹਨਾਂ ਦੀ ਕੀਤੀ ਹੈ। ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਬਹੁਤ ਇੱਕ ਵੱਡਾ ਇੱਕ ਹਨੇਰੀ ਚਲਦੀ ਹੈ, ਬਹੁਤ ਵੱਡੀ ਹਾਕਾਰ ਮਚ ਜਾਂਦੀ ਹੈ, ਹਰ ਜਗ੍ਹਾ ਦੁਨੀਆ ਦੇਖਦੀ ਆ ਕੇ। ਤੇ ਉੱਥੇ ਫਿਰ ਜਿਹੜਾ ਲੁਬਾਣੇ ਦੀ ਜਿਹੜੀ ਬੰਜਾਰਾ ਸੀ ਜਿਹੜਾ, ਤੇ ਉਹ ਉਸ ਬੰਜਾਰੇ ਦੀ ਉਹਨਾਂ ਦੇ ਆਪਣੇ ਜਿਹੜੇ ਬੁਲਕ ਕਾਰਟਸ ਹਨ, ਉਹ 50 ਬੁਲਕ ਕਾਰਟਸ ਲੈ ਕੇ ਆਂਦਾ ਹੈ, ਤੁਹਾਨੂੰ ਪਤਾ ਹੈ। ਤੇ ਧੜ ਜਿਹੜਾ ਹੈ ਉਹ ਚੁੱਕਿਆ ਜਾਂਦਾ ਹੈ ਉੱਥੋਂ, ਤੇ ਉਹ ਆਪਣੇ ਘਰ ਰਕਾਬਗੰਜ ਜਾ ਕੇ ਆਪਣੇ ਘਰ ਨੂੰ ਸਾੜ ਕੇ ਧੜ ਦਾ ਸੰਸਕਾਰ ਕਰਦੇ ਹਨ। ਤੇ ਇੱਥੇ ਭਾਈ ਜੈਤਾ ਜੀ ਜਾ ਕੇ ਉਹਨਾਂ ਦਾ ਸੀਸ ਚੁੱਕਦੇ ਹਨ ਲੁਬਾਣਾ ਦੀ ਹੈਲਪ ਦੇ ਨਾਲ। ਤੇ ਉੱਥੇ ਜਿਹੜਾ ਦਿੱਲੀ ਇੱਕ ਦਿਲਵਾਲੀ ਮੁਹੱਲਾ ਹੈ ਜਿੱਥੇ, ਉੱਥੇ ਰਹਿੰਦੇ ਹਨ ਇੱਕ ਰਾਤ। ਤੇ ਫਿਰ ਉਹ 5 ਦਿਨ ਦੀ ਜਰਨੀ ਹੈ ਜਿਹੜੀ ਮੈਂ ਲਾਸਟ ਟਾਈਮ ਡਿਸਕ੍ਰਾਈਬ ਕੀਤੀ ਸੀ। ਪਰ ਉਹ ਭਾਈ ਉਦਾ ਜੀ, ਤੇ ਉਹ ਜਿਹੜੀ ਜਰਨੀ ਜਿਹੜੀ ਹੈ ਉਹ 5 ਦਿਨ ਲੱਗਦੇ ਹਨ ਉਹਨਾਂ ਨੂੰ ਉੱਥੋਂ ਦਿੱਲੀ ਤੋਂ ਮਹਾਰਾਜ ਦਾ ਸੀਸ ਜਿਹੜਾ ਲੈ ਕੇ ਅਨੰਦਪੁਰ ਸਾਹਿਬ ਪਹੁੰਚਣ ਤੱਕ ਦੀ 5 ਦਿਨ ਦੀ ਜਰਨੀ ਹੈ। ਤੇ ਕਿਉਂਕਿ ਡਰ ਬੜਾ ਸੀ ਮੁਗਲ ਗਵਰਨਮੈਂਟ ਦਾ, ਕਿਉਂਕਿ ਭਾਈ ਨਾਨੂ ਜੀ ਤੇ ਉਦਾ ਜੀ ਨੂੰ ਵੀ ਡਰ ਸੀ, ਸਿੱਖਾਂ ਨੂੰ ਵੀ ਡਰ ਸੀ। ਤੇ ਇਸ ਵਾਸਤੇ ਉਹ GT ਰੋਡ ਵਾਲਾ ਰਸਤਾ ਨਹੀਂ ਲੈਂਦੇ, ਉਹ ਸਾਈਡ ਰੋਡਸ ਲੈਂਦੇ ਹਨ। ਰਾਤ ਚਲਦੇ ਹਨ, ਸਵੇਰੇ ਨਹੀਂ ਚਲਦੇ ਡਰ ਮਾਰੂ। ਤੇ ਵਿਚਕਾਰ ਭਾਈ ਜੈਤਾ ਜੀ ਚਲਦੇ ਹਨ, ਮਹਾਰਾਜ ਦਾ ਸੀਸ ਇੱਕ ਰੈੱਡ ਸ਼ਾਲ ਵਿੱਚ ਲਪੇਟਿਆ ਉਹਨਾਂ ਨੇ। ਤੇ ਅੱਗੇ ਭਾਈ ਉਦਾ ਜੀ ਚਲਦੇ ਹਨ, ਪਿੱਛੇ ਭਾਈ ਉਹਨਾਂ ਦੀ ਚਲਦੇ ਹਨ। ਤੇ ਇਹ 5 ਦਿਨਾਂ ਦੀ ਜਰਨੀ ਹੈ ਉਹਨਾਂ ਦੀ, ਬਹੁਤ ਬਿਊਟੀਫੁਲ। ਜਿੱਥੇ ਰਹੇ ਹਨ ਉਹ 5 ਦਿਨਾਂ ਵਿੱਚ ਉੱਥੇ ਗੁਰਦੁਆਰੇ ਹਨ। ਮੈਂ ਲਾਸਟ ਟਾਈਮ ਜਦੋਂ ਬੋਲਿਆ ਸੀ ਤੇ ਸਾਰੀ ਡਿਟੇਲ ਦੱਸੀ ਸੀ, ਹੋਪਫੁਲੀ ਆਈ ਡੋਂਟ ਹੈਵ ਟੂ ਰਿਪੀਟ ਦੈਟ ਨਾਓ। ਤੇ ਉਹ 5 ਦਿਨ ਦੀ ਜਰਨੀ ਹੈ। ਪਹਿਲੀ ਫॉर ਐਗਜ਼ਾਮਪਲ ਉਹ ਕਰਨਾਲ ਦੇ ਨੇੜੇ ਰਹਿੰਦੇ ਹਨ, ਹਰ ਜਗ੍ਹਾ ਗੁਰਦੁਆਰੇ ਹਨ ਜਿੱਥੇ 5 ਦਿਨ ਰਹੇ ਹਨ ਉਹਨਾਂ ਨਾਲ। ਰਾਤ ਚਲਦੇ ਹਨ, ਸਵੇਰੇ ਪਹੁੰਚਦੇ ਹਨ। ਗੁਰੂ ਕੇ ਸਿੱਖ ਸਤਿਕਾਰ ਬੜਾ ਕਰਦੇ ਹਨ ਜਿੱਥੇ ਪਤਾ ਲੱਗਦਾ ਹੈ ਉਹਨਾਂ ਨੂੰ। ਤੇ ਫਿਰ ਸਵੇਰੇ ਸੌਂਦੇ ਹਨ, ਕਿਉਂਕਿ and then the family who they stay with, we also take a big risk, because anybody who shelters them, they knew will face the same fate as Guruji did, so badi mushkil naal jehड़ा hai ਉਹ 5 ਦਿਨਾਂ ਦੀ ਜਰਨੀ ਤੋਂ ਬਾਅਦ ਕੀਰਤਪੁਰ ਸਾਹਿਬ ਪਹੁੰਚਦੇ ਹਨ। ਕੀਰਤਪੁਰ ਸਾਹਿਬ ਫਿਰ ਖਬਰ ਜਿਹੜੀ ਅਨੰਦਪੁਰ ਸਾਹਿਬ ਆਂਦੀ ਹੈ। ਮਹਾਰਾਜ ਆਪਣੀ ਮੌਮ ਦੇ ਨਾਲ, ਮਾਤਾ ਗੁਜਰੀ ਦੀ ਦੇ ਨਾਲ ਆਂਦੇ ਹਨ ਉੱਥੇ ਦਰਸ਼ਨ ਕਰਨ ਵਾਸਤੇ। ਤੇ ਪਿਤਾ ਗੁਰੂ ਦੇ ਸੀਸ ਦੇ ਦਰਸ਼ਨ ਕਰਦੇ ਹਨ। ਤੇ ਸਤਕਾਰ ਨਾਲ ਫਿਰ ਉਹ ਸੀਸ ਜਿਹੜਾ ਹੈ ਅਨੰਦਪੁਰ ਸਾਹਿਬ ਲਿਆਇਆ ਜਾਂਦਾ ਹੈ। ਉੱਥੇ ਫਿਰ ਸੰਸਕਾਰ ਸੀਸ ਦਾ, ਉੱਥੇ ਵੀ ਗੁਰਦੁਆਰਾ ਸੀਸਗੰਜ ਹੈ ਅਨੰਦਪੁਰ ਸਾਹਿਬ, ਜਿੱਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਹੁੰਦਾ ਹੈ। ਤੇ ਇਹ ਜਰਨੀ 1675 ਵਿੱਚ ਖਤਮ ਹੁੰਦੀ ਹੈ ਉਹਨਾਂ ਦੀ ਲਾਈਫ ਦੀ, ਜਿਹੜੀ 1621 ਵਿੱਚ ਸ਼ੁਰੂ ਹੋਈ ਸੀ ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ ਖਤਮ ਹੁੰਦੀ ਹੈ।
So ਇਹ ਉਹਨਾਂ ਦੀ ਇੱਕ brief ਜੀ live sketch ਹੈ ਜਿਹੜੀ we tried to put it all together. So I'll wait for a few seconds, give my voice a rest, and see if anybody has any questions. I guess nobody has any question. That's good. Everything got crystal clear. सारा कुछ समझ आ गया. That's very good though. So महाराज दी life ਜਿਹੜੀ ਹੈ ਇੱਥੇ ਖਤਮ ਹੋ ਜਾਂਦੀ ਹੈ ਤੇ since I am still not home, ਮੇਰੇ ਕੋਲ ਇੱਥੇ I don't have the resources ਨਹੀਂ ਹੈ ਜਿੱਥੇ ਹਾਂ ਇਸ ਵੇਲੇ. So limited resources ਦੇ ਕਾਰਨ I'm going to discuss his Gurbani and discuss one Shabad of his. But ਉਹਨਾਂ ਦੀ ਗੁਰਬਾਣੀ ਦੇ ਉੱਤੇ ਮੈਂ ਪਹਿਲਾ ਮੇਰਾ ਕੁਐਸਚਨ ਇਹ ਹੈ ਕਿ can anybody in the group can attempt though ਕਿ can tell me ਕਿ ਉਹਨਾਂ ਦੀ ਬਾਣੀ ਕਿਤਨੇ ਰਾਗਾਂ ਵਿੱਚ ਲਿਖੀ ਹੋਈ ਹੈ. Can let me put the question to you. LA ਵਾਲੀ ਸੰਗਤ ਨੂੰ ਬਾਅਦ ਚ ਪੁੱਛਾਂਗੇ, ਸ਼ਾਇਦ ਉਹਨਾਂ ਨੂੰ ਪਤਾ ਹੋਵੇ, but outside LA if anybody can take a shot though ਕਿ how many ਰਾਗs ਦੇ ਵਿੱਚ ਉਹਨਾਂ ਦੀ ਬਾਣੀ composed ਹੈ. If anybody can put a light on that part. Let me see if we can do that. If you can turn your cameras on, I will really appreciate it. I'm talking to a blank screen here. Mere waste mushkil hai bolna, so if you can do that, I would really appreciate it. So, is it 3 or 11? I don't know. Not 3 hai, na 11 hai. So sorry about that. But anybody else, Joe, before I say the answer? Or LA संगत च कोई try कर ले जे. Anybody can try though कि 31 rags in total Guru Granth Sahib Maharaj di बाणी ਵਿੱਚ. I'm sorry. 15 ਰਾਗ ਵਿੱਚ. 15, that is correct. 15 ਰਾਗਾਂ ਵਿੱਚ ਉਹਨਾਂ ਦੀ ਬਾਣੀ ਹੈ. So 16 ਸ਼ਬਦ ਤੇ 15 ਰਾਗ. 15 ਰਾਗਾਂ ਚ ਬਾਣੀ ਹੈ ਉਹਨਾਂ ਦੀ. ਤੇ 15 total ਸ਼ਬਦ ਮੈਨੂੰ ਨਹੀਂ ਪਤਾ ਕਿੰਨੇ ਹਨ. I don't have it in front of me. I don't have all my books. So I think 16 ਤੋਂ ਜ਼ਿਆਦਾ ਸ਼ਬਦ ਹਨ. 16 ਨਹੀਂ ਹੈ. 16 ਸ਼ਬਦ. ਜੀ 57 ਸ਼ਬਦ ਹਨ. That makes ਗੁਰੂ ਤੇਗ ਬਹਾਦਰ ਜੀ ਦੇ. Yeah. So ਮੇਰਾ ਦੂਸਰਾ ਕੁਐਸਚਨ ਇਹ ਹੈ ਕਿ ਉਹ 15 ਰਾਗਾਂ ਦੇ ਨਾਂ ਗਿਣਾ ਦਿਓਗੇ ਜੀ, ਜਿਨ੍ਹਾਂ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ, ਗੁਰੂ ਤੇਗ ਬਹਾਦਰ ਮਹਾਰਾਜ, ਇੱਕ ਰਾਗ ਜਿਹੜਾ ਉਹਨਾਂ ਦਾ ਆਪਣਾ ਹੈ ਜਿਹਦੇ ਵਿੱਚ ਕਿ ਹੋਰ ਕਿਸੇ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ, ਉਹ ਜੈਜਾਵੰਤੀ ਹੈ, ਜਿਹੜਾ ਪਹਿਲੀ ਵਰਜ਼ਨ ਆਫ ਬੀੜ ਵਿੱਚ ਨਹੀਂ ਸੀ, ਜਿਹੜੀ ਕਰਤਾਰਪੁਰ ਵਾਲੀ ਜਿਹੜੀ ਬੀੜ ਜਿਹੜੀ ਭਾਈ ਗੁਰਦਾਸ ਇਹਨਾਂ ਨੇ ਲਿਖੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਡਿਕਟੇਟ ਕਰਾਈ, ਜਿਹੜੀ ਬੀੜ, ਜਿਹੜੀ ਫਸਟ ਵਰਜ਼ਨ ਆਫ ਦਾ ਬੀੜ ਜਿਹੜੀ ਹੈ, ਜਿਹਨੂੰ ਅਸੀਂ ਕਰਤਾਰਪੁਰ ਵਾਲੀ ਬੀੜ ਕਹਿੰਦੇ ਆ, ਉਹਦੇ ਵਿੱਚ ਜੈਜਾਵੰਤੀ ਰਾਗ ਨਹੀਂ ਹੈ। ਪਰ ਜਿਹੜੀ ਫਾਈਨਲ ਵਰਜ਼ਨ ਆਫ ਦਾ ਬੀੜ ਹੈ, ਜਿਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਆ, ਜਿਹੜੀ ਬੀੜ ਗੁਰੂ ਸਾਬੋ ਕੀ ਤਲਵੰਡੀ, ਜਿਹੜੀ ਲਿਖਵਾਈ ਦਸਮ ਪਿਤਾ ਨੇ, ਜਿਹੜੀ ਕਲਗੀਧਰ ਪਾਤਸ਼ਾਹ ਨੇ ਜਿਹੜੀ ਬੀੜ ਲਿਖਵਾਈ, ਹੋਰ ਭਾਈ ਮਣੀ ਸਿੰਘਰਾਂ ਦੀ ਲਿਖੀ ਹੋਈ ਬੀੜ ਜਿਹੜੀ ਹੈ, ਉਸ ਬੀੜ ਵਿੱਚ ਜੈਜਾਵੰਤੀ ਰਾਗ ਵਿੱਚ ਉਹਨਾਂ ਦੇ ਜਿਹੜੇ ਸ਼ਬਦ ਜਿਹੜੇ ਹਨ ਦਰਜ ਹਨ। ਉਹਨਾਂ ਚੋਂ ਇੱਕ ਸ਼ਬਦ ਅਸੀਂ ਬਹੁਤ ਆਮ ਬੜਾ ਪੜ੍ਹਦੇ ਹੁੰਦੇ ਹਾਂ, ਰਾਮ ਸਿਮਰ, ਤੇ ਅਸੀਂ ਬਿਗਨਰ ਕੀਰਤਨ ਕਲਾਸ ਵਿੱਚ ਸਿਖਾਉਂਦੇ ਵੀ ਪਏ ਹਾਂ, ਲੋਕ ਸਿੱਖਦੇ ਪਏ ਹਨ। ਜੈਜਾਵੰਤੀ ਨੂੰ ਛੋੜ ਕੇ 14 ਰਾਗਾਂ ਵਿੱਚ ਮਹਾਰਾਜ ਨੇ ਬਾਣੀ ਰਚੀ ਹੈ। I guess you can Google them and find out in a second, but let me see if anybody, I will mention the name if nobody else knows, but let me see who else knows bhi kehdi ragan ch bani hai ਉਹਨਾਂ ਦੀ। I would like to mention the rags right now in front of everybody. And you, I just know a few. It's Dhanasri, Basant, Sarang. ਬਿਲਕੁਲ ਠੀਕ ਹੈ। ਧਨਾਸਰੀ ਵਿੱਚ ਵੀ ਬਾਣੀ ਹੈ, ਬਸੰਤ ਵਿੱਚ ਵੀ ਬਾਣੀ ਹੈ, ਸਾਰੰਗ ਵਿੱਚ ਵੀ ਬਾਣੀ ਹੈ, ਆਫ ਕੋਰਸ ਜੈਜਾਵੰਤੀ ਵਿੱਚ ਹੈ, ਰਾਈਟ। ਬਿਲਾਵਲ ਵਿੱਚ ਬਾਣੀ ਹੈ ਉਹਨਾਂ ਦੀ, ਡੈਫੀਨਿਟਲੀ। ਹਾਂਜੀ। ਆਸਾ ਵਿੱਚ ਇੱਕ ਸ਼ਬਦ ਆਂਦਾ ਹੈ ਜਿਹੜਾ ਅਸੀਂ ਬੜਾ ਗਾਉਂਦੇ ਹਾਂ, ਸ਼ਬਦ ਨੂੰ ਕੀਰਤਨ ਕਲਾਸ ਵਿੱਚ ਬੜਾ ਗਾਉਂਦੇ, ਇੱਕੋ ਹੀ ਸ਼ਬਦ ਹੈ ਆਸਾ ਮਹੱਲਾ 9ਵਾਂ ਜੀਓ। ਬਿਰਥਾ ਕੌਣ ਸਿਓ ਮਨ ਕੀ, ਉਹ ਅਸੀਂ ਸ਼ਬਦ ਪੜ੍ਹਦੇ ਹੁੰਦੇ ਹਾਂ। ਇਟਸ ਅ ਵੈਰੀ ਬਿਊਟੀਫੁਲ ਰੀਤ ਇਨ ਆਸਾ, ਪੜ੍ਹਦੇ ਹੁੰਦੇ ਹਾਂ ਸ਼ਬਦ। ਸੋ ਆਸਾ ਵਿੱਚ ਇੱਕ ਰੀਤ ਹੈ, ਇੱਕ ਸ਼ਬਦ ਆਸਾ ਵਿੱਚ ਡੈਫੀਨਿਟਲੀ ਹੈ। ਥੈਂਕ ਯੂ ਦੀਦੀ। ਉਸ ਤੋਂ ਇਲਾਵਾ ਹੋਰ ਕਿਹੜੇ ਰਾਗਾਂ ਚ ਬਾਣੀ? ਹਾਲੇ 15 ਪੂਰੇ ਨਹੀਂ ਹੋਏ। ਆਈ ਵੁੱਡ ਲਾਈਕ ਟੂ ਮੈਂਸ਼ਨ ਆਲ 15 ਆਫ them। ਠਾਠ ਕੀ ਹੁੰਦਾ? ਠਾਠ
ਹਾਰਟ ਹੁੰਦਾ ਜਿਹੜਾ ਸਕੇਲ ਹੁੰਦਾ ਰਾਗ ਦਾ, ਸੋ okay, ਉਹਨੂੰ ਥਾਟ ਕਹਿੰਦੇ, ਹਾਂਜੀ ਉਹ ਸਕੇਲ ਹੈ, ਉਹ ਸਕੇਲ ਹੈ ਹਾਂਜੀ। ਉਹ ਸੋ ਆਸਾ ਵਿੱਚ ਹੈ ਡੈਫੀਨਿਟਲੀ, ਬਸੰਤ ਵਿੱਚ ਬਾਣੀ ਹੈ, ਬਿਲਾਵਲ ਵਿੱਚ ਹੈ, ਤੇ ਇੱਕ ਬੱਬੇ ਤੋਂ ਹੋਰ ਰਾਗ ਹੈ ਬਿਹਾਗੜਾ। ਬਿਹਾਗੜੇ ਵਿੱਚ ਬਿਹਾਗੜਾ ਮਹੱਲੇ 9ਵੇਂ ਦੇ ਸ਼ਬਦ ਵੀ ਹਨ, ਹਰ ਕੀ ਗਤ ਨਾ ਕੋ ਜਾਣੇ, ਉਹ ਵੀ ਬਿਹਾਗੜੇ ਦੀ ਰੀਤ ਹੈ। ਬਿਹਾਗੜੇ ਵਿੱਚ ਮਹਾਰਾਜ ਦੀ ਬਾਣੀ ਹੈ। ਉਸ ਤੋਂ ਇਲਾਵਾ anybody else wants to try, or should I mention the names now? ਮਾਰੂ ਮਹਿਲਾ 9ਵਾਂ ਮਾਰੂ ਵਿੱਚ ਬਾਣੀ ਹੈ, ਡੈਫੀਨਿਟਲੀ ਮਾਰੂ ਵਿੱਚ ਉਹਨਾਂ ਦੀ, which makes sense, ਮਾਰੂ ਚ ਬਾਣੀ ਹੋਣਾ ਗੁਰੂ ਤੇਗ ਬਹਾਦਰ ਮਹਾਰਾਜ ਦੀ, that suits his mood of the ਬਾਣੀ, you know, so ਮਾਰੂ ਵਿੱਚ I'm not surprised. Another rag that does not surprise me is ਤਿਲੰਗ, you know, ਅਸੀਂ ਤਿਲੰਗ ਵਾਲੇ ਸਿਖਾਇਆ ਨਹੀਂ ਬਿਗਨਰਸ ਕਲਾਸ ਨੂੰ, ਬਟ ਤਿਲੰਗ ਵਿੱਚ ਉਹਨਾਂ ਦੀ ਬਾਣੀ ਹੈ, ਤਿਲੰਗ ਵਿੱਚ ਹੈ ਉਹਨਾਂ ਦੀ ਬਾਣੀ। ਸਾਰੰਗ ਵਿੱਚ ਹੈ, ਪੁਸ਼ਪਿੰਦਰ ਜੀ ਦੀ already said that. Another important ਰਾਗ ਵਿੱਚ ਦੀ ਬਾਣੀ ਹੈ, ਰਾਮਕਲੀ ਵਿੱਚ ਬਾਣੀ ਹੈ ਉਹਨਾਂ ਦੀ, ਰਾਮਕਲੀ ਮਹੱਲਾ 9ਵਾਂ। ਮਨਜੀਤ ਆਂਟੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਸ ਕਾਨੜਾ ਦੇ ਵਿੱਚ ਵੀ ਹੈ ਉਹਨਾਂ ਦੀ? ਨਹੀਂ, ਕਾਨੜੇ ਚ ਬਾਣੀ ਨਹੀਂ ਹੈ ਗੁਰੂ ਤੇਗ ਬਹਾਦਰ ਜੀ। ਅੱਛਾ, ਸਿੰਸ ਕਾਨੜੇ ਦੇ ਨਾਲ ਹੈ, ਕਾਨੜੇ ਵਿੱਚ ਸਿਰਫ 2 ਗੁਰੂਆਂ ਦੀ ਬਾਣੀ ਹੈ ਕਾਨੜੇ ਰਾਗ ਵਿੱਚ, ਹੋਰ ਕਿਸੇ ਗੁਰੂ ਦੀ ਬਾਣੀ ਨਹੀਂ ਹੈ। ਕੈਨ ਐਨੀਬਡੀ ਟੇਕ ਅ ਗੈਸ ਕਿਹੜੇ 2 ਗੁਰੂਆਂ ਦੀ ਬਾਣੀ ਹੈ ਕਾਨੜੇ ਚ? ਕਾਨੜੇ ਚ ਬਾਣੀ ਸਿਰਫ 2 ਗੁਰੂਆਂ ਨੇ ਲਿਖੀ ਹੈ। ਇਹ ਟੇਕ ਅ ਵਾਈਲਡ ਗੈਸ ਇੱਥੇ। ਗੁਰੂ ਅਰਜਨ ਦੇਵ ਜੀ। That's the safest bet, because 66% of the shabad ਉਹਨਾਂ ਦੇ ਸਾਰੇ, so that's a 100% right, but the second one is not that easy though. Guru Angad Dev Ji, Guru Ramdas, Guru Angad Dev Ji, no, Guru Ramdas Pasha ਬਾਣੀ ਕਾਂਗੜੇ ਚ ਖਾਲੀ, ਹਾਂਜੀ। ਗੌਰੀ ਰਾਗ ਗੋੜੀ ਵਿੱਚ ਹੈ, ਗੋੜੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਹੈ, that is correct. ਇੱਕ ਰਾਗ I'm surprised ਕਿ ਕੀਰਤਨ ਵਾਲਾ ਗਰੁੱਪ ਨੇ ਮੈਂਸ਼ਨ ਨਹੀਂ ਕੀਤਾ, LA ਵਾਲੇ ਕੀਰਤਨ ਗਰੁੱਪ ਨੇ। ਸਵੀਟੀ ਦੀਦੀ you should know this, ਉਸ ਰਾਗ ਅਸੀਂ ਉਹਨਾਂ ਦੀ ਪੜ੍ਹਦੇ ਹੁੰਦੇ ਹਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਕਿਹੜਾ ਰਾਗ ਹੈ ਉਹ? ਜੈਸਰੀ ਵੀ ਹੈਗਾ ਉਹਨਾਂ ਦਾ। ਨੇ ਜੈਸੇ ਪਰ ਇਹ ਕਿਹੜਾ ਰਾਗ ਹੈ, ਜਗਤ ਮੈਂ ਝੂਠੀ ਦੇਖੀ? ਦੇਵਗੰਧਾਰੀ। ਦੇਵਗੰਧਾਰੀ, ਥੈਂਕ ਯੂ ਅਸ਼ਵਨੀ ਵੀਰ ਜੀ। ਦੇਵਗੰਧਾਰੀ ਵਿੱਚ ਉਹਨਾਂ ਦੀ ਬਾਣੀ ਹੈ, ਦੇਵਗੰਧਾਰੀ ਮਹੱਲਾ 9ਵਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, one of my favorite all time compositions, you know, ਅਸੀਂ ਗਾਉਂਦੇ ਹਾਂ ਬਹੁਤ ਇਸ ਸ਼ਬਦ ਨੂੰ, ਬਹੁਤ ਦੇਵਗੰਧਾਰੀ ਵਿੱਚ ਹੀ ਗਾਉਂਦੇ ਹਾਂ, ਤੇ ਗਾਇਆ ਬੜੀ ਵਾਰੀ ਸ਼ਬਦ ਪਹਿਲੇ। ਸੋ ਆਸਾ ਵਿੱਚ ਹੈ, ਬਸੰਤ ਵਿੱਚ ਹੈ, ਬਿਹਾਗੜੇ ਵਿੱਚ ਹੈ, ਬਿਲਾਵਲ ਵਿੱਚ ਹੈ, ਦੇਵਗੰਧਾਰੀ ਵਿੱਚ ਹੈ, ਧਨਾਸਰੀ ਵਿੱਚ ਹੈ, ਗੌੜੀ ਵਿੱਚ ਹੈ, ਜੈਜਾਵੰਤੀ ਵਿੱਚ ਹੈ, ਤੇ ਜੈਸਰੀ ਵੀ ਤੇ ਹੈ ਹੀ ਹੈ। ਜੈਸਰੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਕੀਰਤਨ ਕਲਾਸ, ਹਰਜੂ ਰਾਖ ਲਿਓ ਪਤ ਮੇਰੀ, ਜੈਸਰੀ ਮਹੱਲਾ 9ਵਾਂ ਹੈ, ਜੈਸਰੀ ਚ ਪੜ੍ਹਦੇ ਹਾਂ ਅਸੀਂ ਉਸ ਸ਼ਬਦ ਨੂੰ। ਮਾਰੂ ਵਿੱਚ ਹੈ, ਰਾਮਕਲੀ ਮਹੱਲਾ 9ਵਾਂ ਪੜ੍ਹਦੇ ਹਾਂ, ਰਾਮਕਲੀ ਦੀਆਂ ਰੀਤਾਂ ਸਿੱਖੀਆਂ ਹੋਈਆਂ ਮਹੱਲੇ 9ਵੇਂ ਦੀਆਂ, ਜੇ ਅਸੀਂ ਕੀਰਤਨ ਕਰਦੇ ਹਾਂ ਰਾਮਕਲੀ ਵਿੱਚ। ਸਾਰੰਗ ਵਿੱਚ ਹੈ, ਸਾਰੰਗ ਮਹੱਲਾ 9ਵਾਂ। ਇੱਕ ਸ਼ਬਦ ਸਾਰੇ ਭੁੱਲ ਗਏ, ਉਹਨਾਂ ਦੇ ਕਾਫੀ ਸ਼ਬਦ ਉਸ ਰਾਗ ਵਿੱਚ ਹਨ। I'm surprised nobody mentioned that. A very important evening ਰਾਗ, ਹੁਣ ਵੀ ਦਰਬਾਰ ਸਾਹਿਬ ਰਾਤੀ ਗਾਉਂਦੇ ਨੇ ਉਸ ਰਾਗ ਨੂੰ ਬਹੁਤ ਵਾਰੀ। ਸੋਰਠ। Which did we cover? Todi. Yeah, Todi ਮੈਂ ਲਾਸਟ ਮੈਂਸ਼ਨ ਕਰਨਾ ਸੀ। I'm going in a alphabetical order ਤੇ ਰਾਮਕਲੀ ਹੈ, ਫਿਰ ਸਾਰੰਗ ਹੈ, ਫਿਰ ਸੋਰਠ ਹੈ, ਫਿਰ ਤਿਲੰਗ ਹੈ, ਤੇ ਫਿਰ ਟੋਡੀ ਹੈ। ਇਹ 15 ਹਨ ਟੋਟਲ। I'll mention it again alphabetically. ਆਸਾ, ਬਸੰਤ, ਬਿਹਾਗੜਾ, ਬਿਲਾਵਲ, ਦੇਵਗੰਧਾਰੀ, ਧਨਾਸਰੀ, ਗੌੜੀ, ਜੈਜਾਵੰਤੀ, ਜੈਤਸਰੀ, ਮਾਰੂ, ਰਾਮਕਲੀ, ਸਾਰੰਗ, ਸੋਰਠ, ਤਿਲੰਗ ਤੇ ਟੋਡੀ। ਇਹ 15 ਰਾਗਾਂ ਵਿੱਚ ਮਹਾਰਾਜ ਦੀ ਬਾਣੀ ਰਚੀ। ਇਹਨਾਂ 15 ਰਾਗਾਂ ਤੋਂ ਸਿਵਾਏ ਜਿਹੜੇ ਸ਼ਲੋਕ, ਜਿਹੜੇ 12 ਤੋਂ ਵਧੇਕ ਦੀ ਸੀਰੀਜ਼ ਵਿੱਚ ਸ਼ਲੋਕ ਮਹੱਲੇ 9ਵੇਂ ਦੇ ਥੱਲੇ ਉਹਨਾਂ ਦੇ ਸ਼ਲੋਕ ਦਰਜ ਹਨ, ਜਿਹੜੇ ਅਸੀਂ ਪੜ੍ਹਦੇ ਹਾਂ ਟੂਵਰਡਸ ਦੀ ਐਂਡ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਇਹ ਸ਼ਲੋਕ ਉਹਨਾਂ ਦੇ ਲਿਖੇ ਹੋਏ ਹਨ ਮਹੱਲੇ 9ਵੇਂ ਦੇ। ਮੈਨੀ ਆਫ ਅਸ ਬਿਲੀਵ ਦੋ ਕਿ ਇਹ ਸ਼ਲੋਕ ਰਾਈਟ ਔਰ ਰੋਂਗ ਹੈ, ਕੋਈ ਨਹੀਂ ਕਹਿ ਸਕਦਾ ਜੀ। ਮੈਨੀ ਆਥਰਸ ਬਿਲੀਵ ਕਿ these ਸ਼ਲੋਕਸ were written after he left ਅਨੰਦਪੁਰ, while ਜਦੋਂ ਅਨੰਦਪੁਰ ਜਦੋਂ ਅਰੈਸਟ ਹੋਣ ਨਿਕਲੇ ਹਨ ਉਸ ਤੋਂ ਬਾਅਦ, ਐਂਡ ਉਹਨਾਂ ਦੀ ਸ਼ਹੀਦੀ ਤੇ ਵਿਚਕਾਰ ਕਿਧਰੇ ਲਿਖੇ ਗਏ ਹਨ ਸ਼ਲੋਕ। ਇਹ ਬਾਣੀ ਜਿਹੜੀ ਰਚੀ ਉਹਨਾਂ ਨੇ ਜਿਹੜੀ।
So right or wrong, again, I'm not claiming who, nobody was there to see when those were written, you know. Generally we believe that's what it was done though. So 15 ਰਾਗਾਂ ਵਿੱਚ ਬਾਣੀ ਹੈ। 15 ਰਾਗਾਂ ਤੋਂ ਸਿਵਾਏ ਇੱਕ ਰਾਗ ਉਹਨਾਂ ਦਾ ਆਪਣਾ ਹੈ। 15 ਵਿੱਚੋਂ ਜੈਜਾਵੰਤੀ, ਉਹਨਾਂ 'ਚ ਕਿਸੇ ਹੋਰ ਗੁਰੂ ਦੀ ਬਾਣੀ ਨਹੀਂ। ਤੇ ਉਸ ਤੋਂ ਇਲਾਵਾ 12 ਤੋਂ ਵਧੇਕ ਦੀ ਸੀਰੀਜ਼ ਦੇ ਵਿੱਚ ਸ਼ਲੋਕ ਜਿਹੜੇ ਹਨ ਮਹੱਲੇ 9ਵੇਂ ਦੇ ਜਿਹੜੇ ਅਸੀਂ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਉਹ ਜਿਹੜੀ ਸੀਰੀਜ਼ ਜਿਹੜੀ ਹੈ ਉਹਦੇ ਵਿੱਚ ਸਾਰੇ ਸ਼ਲੋਕ ਹਨ ਤੇ ਇੱਕ ਦੋਹਰਾ ਹੈ ਖਾਲੀ, ਬਸ ਦੋਹਰਾ ਇੱਕੋ ਹੀ ਹੈ ਉਹਦੇ ਵਿੱਚ। ਤੇ ਇਹ ਬਾਕੀ ਸਾਰੇ ਜਿਹੜੇ ਸ਼ਲੋਕ ਹਨ ਜਦੋਂ ਕੁਐਸਚਨ ਆਨਸਰ ਵਿੱਚ ਜਿਹੜਾ ਦੋਹਰਾ ਹੈ ਕਿ ਮਹਾਰਾਜ ਹੁਣ ਅਸੀਂ ਕਿਤੇ ਲੜ ਲੱਗਾਂਗੇ, ਤੁਸੀਂ ਦੱਸੋ ਕੀ ਕਰੀਏ ਅਸੀਂ ਹੋ। ਤੇ ਇਹਨਾਂ ਤੋਂ ਸਿਵਾਏ ਬਾਣੀ ਦਾ ਮਜ਼ਮੂਨ ਜਿਹੜਾ ਵੈ, ਬਾਣੀ ਦਾ ਜਿਹੜਾ ਸਬਜੈਕਟ ਮੈਟਰ ਬੜਾ ਕਾਮਨ ਸਬਜੈਕਟ ਮੈਟਰ ਹੈ। ਜਨਰਲੀ ਸਪੀਕਿੰਗ ਸਬਜੈਕਟ ਮੈਟਰ ਇਹ ਹੀ ਹੈ ਕਿ ਬਸ ਜਲਦੀ ਕਰੋ ਕੰਮ, ਬਸ ਦੇਰ ਨਾ ਕਰੋ। ਹੁਣ ਕਿ ਇੱਕ ਕਿਸਮ ਦੀ ਬੜੀ ਅਰਜੈਂਸੀ ਹੈ ਬਾਣੀ ਵਿੱਚ, ਬਹੁਤ ਜ਼ਿਆਦਾ ਅਰਜੈਂਸੀ ਹੈ। ਮਤਲਬ ਕਿ ਵੇਟ ਨਹੀਂ ਕਰਨੀ, ਤੁਸੀਂ ਹੁਣ ਅੱਜ ਹੀ ਸ਼ੁਰੂ ਕਰੋ ਕੰਮ, ਮਤਲਬ ਵੇਟ ਨਾ ਕਰੋ ਬਸ ਕਿਸੇ ਗੱਲ। ਜੇ ਵੇਟ ਕਰੋਗੇ ਤੇ ਮਾੜਾ ਕੰਮ ਹੈ ਬੜਾ। ਵੇਟ ਨਹੀਂ ਕਰਨੀ, ਫੌਰਨ ਕੰਮ ਸ਼ੁਰੂ ਕਰੋ ਉਹਦੇ ਉੱਤੇ। ਸੋ ਸੈਂਸ ਆਫ ਅਰਜੈਂਸੀ ਬੜੀ ਹੈ ਬਾਣੀ ਵਿੱਚ। ਆਫ ਕੋਰਸ ਵੈਰਾਗ ਬਹੁਤ ਹੈ, ਡਿਟੈਚਮੈਂਟ ਬੜੀ ਹੈ। ਡਿਟੈਚਮੈਂਟ ਨੂੰ ਮਹਾਰਾਜ ਉਹਨਾਂ ਦੀ ਬਾਣੀ ਵਿੱਚ ਬਹੁਤ ਜ਼ਿਆਦਾ ਪ੍ਰਮਾਤਮਾ ਦੇ ਪਿਆਰ ਦੇ ਉੱਤੇ ਫੋਕਸ ਹੈ ਤੇ ਔਰ ਡਿਸਟਰੈਕਸ਼ਨ ਤੋਂ ਅਲੱਗ ਹੋਣ ਦੀ ਇੱਕ ਨਸੀਹਤ ਹੈ ਉੱਥੇ। ਫਰਮ ਅ ਪੋਇਟਿਕ ਐਂਗਲ, ਫਰਮ ਅ ਕੰਪੋਜੀਸ਼ਨ ਪੋਇਟਿਕ ਐਂਗਲ ਤੋਂ ਮਹਾਰਾਜ ਦੀ ਬਾਣੀ ਵਿੱਚ ਇੱਕ ਬੜਾ ਨਿਆਰਾਪਨ ਹੈ ਇੱਕ, this is more technical of an angle though, this is nothing to do with the subject matter or the rag, but can somebody tell me though ki outside the LA group first though, because main kidhar class kidhar kya hove the, let them not say anything, but ki what is the ek peculiar ek ਉਹਨਾਂ ਦੀ ਬਾਣੀ ਵਿੱਚ ਜਿਹੜੀ ਚੀਜ਼ ਹੈ ਜਿਹੜੀ ਕਿਸੇ ਹੋਰ ਗੁਰੂ ਦੀ ਬਾਣੀ 'ਚ ਨਹੀਂ ਹੈ, ਜਿਹੜੀ ਪਰ ਉਹਨਾਂ ਦੀ ਬਾਣੀ 'ਚ ਐਗਜ਼ਿਸਟ ਕਰਦੀ ਹੈ from a poetic technical angle ਤੋਂ। I'll wait for a second and see if somebody has an answer to that question. ਇੱਕ peculiar nature ਹੈ ਉਹਨਾਂ ਦੀ ਬਾਣੀ ਦਾ ਜਿਹੜਾ ਹੋਰ ਗੁਰੂਆਂ ਦੀ ਬਾਣੀ ਵਿੱਚ ਹਮੇਸ਼ਾ ਰਿਫਲੈਕਟ ਨਹੀਂ ਹੁੰਦਾ। ਹਾਂਜੀ, ਉਹਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜੇ ਰਹਾਉ ਦੀ ਤੁਕ ਹੈਗੀ ਉਹ ਹਮੇਸ਼ਾ ਪਹਿਲੀਆਂ ਤੁਕਾਂ ਵਿੱਚ ਹੀ ਹੁੰਦੀ ਹੈ। ਬਾਕੀ ਗੁਰੂ ਸਾਹਿਬ ਦੀ। ਹਾਂਜੀ, ਥੈਂਕ ਯੂ ਸੋ ਮਚ, very good Didi. I'm so happy that somebody said that, because many times when I ask this question Didi, ਮੈਨੂੰ ਕਈ ਵਾਰੀ ਜਵਾਬ ਨਹੀਂ ਮਿਲਦਾ ਇਸ ਗੱਲ ਦਾ। ਤੇ ਜਿਹੜੀ ਬਾਣੀ ਧਿਆਨ ਨਾਲ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਹੀ ਸਿਰਫ ਇੱਕੋ ਹੀ ਗੁਰੂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਜਿਸ ਵਿੱਚ ਜਿਤਨੇ ਸ਼ਬਦ ਉਹਨਾਂ ਦੇ ਹਨ ਇਹਨਾਂ 15 ਰਾਗਾਂ ਦੇ ਲਿਖੇ ਹੋਏ, ਉਹਨਾਂ ਵਿੱਚ ਪਹਿਲੇ 2 ਲਾਈਨਾਂ ਦੇ ਵਿੱਚ ਹੀ ਰਹਾਉ ਦੀ ਪੰਕਤੀ ਹੈ। ਪਹਿਲੇ 2 ਲਾਈਨਾਂ ਦੇ ਵਿੱਚ ਹੀ ਸੈਂਟਰਲ ਜਿਹੜਾ ਆਈਡੀਆ ਜਿਹੜਾ ਹੈ ਸ਼ਬਦ ਦਾ ਉਹ ਪਹਿਲੇ 2 ਲਾਈਨਾਂ ਵਿੱਚ ਹੀ ਹੈ। ਬਾਅਦ ਦੀ ਲਾਈਨਾਂ ਵਿੱਚ ਉਹਨੂੰ ਫੋਲੋ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਵਿੱਚ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਵਿੱਚ, ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਬੜੀ ਵਾਰੀ ਰਹਾਉ ਦੀਆਂ ਪੰਕਤੀਆਂ ਬਾਅਦ ਵਿੱਚ ਆਉਂਦੀਆਂ ਹਨ। ਪਹਿਲੇ ਸ਼ਬਦ ਦੀ ਇੰਟਰੋਡਕਸ਼ਨ ਹੁੰਦੀ ਹੈ, ਕਈ ਵਾਰੀ ਵਿਚਕਾਰ ਆਉਂਦੀਆਂ ਹਨ, ਕਈ ਵਾਰੀ ਪਹਿਲੇ ਵੀ ਆਉਂਦੀਆਂ ਹਨ। ਕਈ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਵਿੱਚ 2 ਰਹਾਉ ਦੀਆਂ ਪੰਕਤੀਆਂ ਵੀ ਹਨ, ਰਹਾਉ ਦੂਜਾ ਵੀ ਬੜੀ ਵਾਰੀ ਆਉਂਦਾ ਹੈ। ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਜਿਤਨੀ ਬਾਣੀ ਉਹਨਾਂ ਨੇ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚ, ਉਹ ਸਿਰਫ ਰਹਾਉ ਦੀਆਂ ਪੰਕਤੀਆਂ ਜਿਹੜੀਆਂ ਉਹ ਬਿਗਨਿੰਗ ਵਿੱਚ ਆਉਂਦੀਆਂ ਹਨ ਸਾਰੀਆਂ, ਉਹ ਮਿਡਲ ਵਿੱਚ ਜਾਂ ਐਂਡ ਵਿੱਚ ਨਹੀਂ ਆਉਂਦੀਆਂ ਉਹਨਾਂ ਦੀ। ਇਹ ਇੱਕ ਪਿਕੂਲੀਅਰ ਨੇਚਰ ਹੈ ਉਹਨਾਂ ਦੀ ਬਾਣੀ ਦਾ। ਹਾਂਜੀ, ਤੇ ਇੱਕ ਸ਼ਬਦ ਮੈਂ ਡਿਸਕਸ ਕਰਾਂਗਾ ਬਿਫੋਰ ਆਈ ਐਂਡ ਦ ਕਲਾਸ। ਆਈ ਵਾਂਟ ਟੂ ਸੀ ਇਫ ਐਨੀਬਡੀ ਹੈਜ਼ ਐਨੀ ਕਮੈਂਟਸ ਔਰ questions or something so far ਉਹਨਾਂ ਦੀ ਬਾਣੀ ਉੱਤੇ। Virji, just a comment, this is just passing. So half of he wrote in half of the rags. I mean, that's an incredible thing, right? That's right. That is absolutely. That's the incredible thing, that he covered so many rags, That's right. And not only half the rags, Vijay, but the fact that सोच के देखो तुसी ना, let me just go over a little bit musical aspect of it a little bit more, ਸੰਗੀਤ ਦੇ ਪੱਖੋਂ ਇੱਕ ਨਿਰੀਖਣ ਕਰਾਂਗੇ, ਟੋਟਲੀ ਸਟ੍ਰਿਕਟਲੀ ਫਰਮ ਅ ਮਿਊਜ਼ਿਕ ਦੇ ਐਂਗਲ ਤੋਂ। ਮਿਊਜ਼ਿਕ ਦੇ ਐਂਗਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਰਾਗ ਜਿਹੜੇ ਆਏ ਹਨ ਉਹ ਸਾਰੇ ਦੇ ਸਾਰੇ ਰਾਗ ਡਿਫਰੈਂਟ ਹਿਊਮਨ ਇਮੋਸ਼ਨਸ ਨੂੰ ਜਨਮ ਦਿੰਦੇ ਹਨ। ਹਾਂਜੀ, ਸੋ ਆਸਾ ਦੀ ਜਿਹੜੀ ਇਮੋਸ਼ਨ ਜਿਹੜੀ ਹੈ ਉਹ ਕਾਨੜੇ ਦੀ ਇਮੋਸ਼ਨ ਨਹੀਂ ਹੈ। ਜਿਹੜੀ ਕਾਨੜੇ ਦੀ ਇਮੋਸ਼ਨ ਹੈ ਉਹ ਸ਼੍ਰੀ ਦੀ ਇਮੋਸ਼ਨ ਨਹੀਂ ਹੈ। ਜਿਹੜੀ ਸ਼੍ਰੀ ਦੀ ਇਮੋਸ਼ਨ ਹੈ ਉਹ ਡੈਫੀਨਿਟਲੀ ਜੈਜਾਵੰਤੀ ਦੀ ਨਹੀਂ ਹੈ।
ਜਿਹੜੀ ਜੈਜਾਵੰਤੀ ਦੀ ਇਮੋਸ਼ਨ ਹੈ ਉਹ ਕਲਿਆਣ ਦੀ ਨਹੀਂ ਹੈ, ਸੋ ਇਹ ਹੁਣ ਵਰਡਸ ਵਿੱਚ ਕਹਿਣਾ ਬੜਾ ਮੁਸ਼ਕਿਲ ਹੈ। ਜਦ ਤੱਕ ਸੰਗੀਤ ਸਿੱਖੋ ਨਾ ਤੁਸੀਂ ਆਪ, ਜਦ ਤੱਕ ਤੁਹਾਨੂੰ ਆਪਣੀ ਨੌਲੇਜ ਨਾ ਹੋਵੇ ਸੰਗੀਤ ਦੀ, ਤੇ ਸੰਗੀਤ ਦੇ ਪੱਖ ਤੋਂ ਨੌਲੇਜ ਹੋਣੀ ਜਿਹੜੀ ਹੈ। ਸੋ ਇਹ ਜਿਹੜੀਆਂ ਰਾਗ ਜਿਹੜੇ ਸਿਲੈਕਟ ਕੀਤੇ ਗਏ, ਬੜੀ ਰਿਸਰਚ ਹੋਈ ਹੈ ਇਸ ਸਬਜੈਕਟ ਮੈਟਰ ਦੇ ਉੱਤੇ ਕਿ ਹਾਊ ਵੇਰ ਥੀਸ ਰਾਗਸ ਪੁੱਟ ਇਨ ਕ੍ਰੋਨੋਲੋਜੀਕਲ ਆਰਡਰ ਵਿੱਚ ਕਿਸ ਤਰ੍ਹਾਂ ਆਏ ਹਨ ਸਾਰੇ। ਸ਼੍ਰੀ ਆਇਆ ਹੈ, ਫਿਰ ਮਾਝ ਆਇਆ ਹੈ, ਫਿਰ ਗੌੜੀ ਆਇਆ ਹੈ, ਫਿਰ ਆਸਾ ਆਇਆ ਹੈ, ਫਿਰ ਦੇਵਗੰਧਾਰੀ, ਮਤਲਬ ਕਿ ਕਿਸ ਇਹਦੀ ਬਣਤਰ ਜਿਹੜੀ ਹੈ ਕ੍ਰੋਨੋਲੋਜੀਕਲ ਆਰਡਰ ਵਿੱਚ ਇਹ ਕਿਸ ਤਰ੍ਹਾਂ ਦੀ ਰੱਖੀ ਗਈ ਹੈ। ਕੋਈ ਠੋਸ ਸਬੂਤ ਹਾਲੇ ਤੱਕ ਨਹੀਂ ਮਿਲਿਆ। ਬੜੇ ਆਥਰਸ ਨੇ ਬੜੀ ਰਿਸਰਚ ਕੀਤੀ ਹੈ ਇਸ ਬਾਰੇ, ਮੈਂ ਖੁਦ ਬਹੁਤ ਪੜ੍ਹਿਆ ਇਸ ਬਾਰੇ, ਬੜੇ ਡਿਫਰੈਂਟ ਆਥਰਸ ਨੂੰ ਪੜ੍ਹਿਆ ਹੈ ਬੜੀ ਜਗ੍ਹਾ, ਤੇ ਮੈਂ ਉਹਦੇ ਉੱਤੇ ਇਹਦਾ ਫੋਕਸ ਨਹੀਂ ਕਰਨਾ, ਉਹ ਅਲੱਗ ਸਬਜੈਕਟ ਮੈਟਰ। ਨਾਲੇ ਉਸ ਸਬਜੈਕਟ ਮੈਟਰ ਤੇ ਡਿਸਕਸ ਕਰਨ ਤੋਂ ਪਹਿਲੇ ਆਡੀਅנס ਉਹ ਜਿਹਾ ਹੋਣਾ ਚਾਹੀਦਾ ਕਿ ਜਿਸ ਆਡੀਅנס ਨੂੰ ਥੋੜੀ ਬਹੁਤ ਇੱਕ ਬੇਸਿਕ ਨੌਲੇਜ ਹੋਵੇ ਮਿਊਜ਼ਿਕ ਦੀ। ਜੇ ਬਿਲਕੁਲ ਹੀ ਨਹੀਂ ਹੈ ਬੇਸਿਕ ਨੌਲੇਜ ਤੇ ਇਹ ਟੌਪਿਕ ਨਹੀਂ ਡਿਸਕਸ ਕੀਤਾ ਜਾ ਸਕਦਾ, ਬਿਕਾਜ਼ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਫਿਰ। ਲੇਕਿਨ ਮੈਂ ਉਸ ਪੱਲੋਂ ਗੱਲ ਨਹੀਂ ਕਰਦਾ, ਮੈਂ ਇਸ ਵੱਲੋਂ ਗੱਲ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿਊਜ਼ੀਕਲ ਜਰਨੀ ਸ਼੍ਰੀ ਤੋਂ ਸ਼ੁਰੂ ਹੁੰਦੀ ਹੈ। ਸ਼੍ਰੀ ਰਾਗ ਮਹੱਲਾ ਪਹਿਲਾ, ਤਾਂ ਪਹਿਲਾ ਸ਼ਬਦ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਉੱਥੇ ਦਰਜ ਹੈ, ਸ਼੍ਰੀ ਰਾਗ ਵਿੱਚ ਜਿਹੜਾ ਦਰਜ ਹੈ ਸ਼ਬਦ, ਹਾਂਜੀ। ਤੇ ਉੱਥੇ ਪੀ ਤੇਰੀ ਕੀਮਤ ਨਾ ਪਵੇ, ਫਿਰ ਅੱਗੇ ਜਾ ਕੇ ਸਾਚਾ ਨਿਰੰਕਾਰ ਨਿਜ ਥਾਏ, ਉਹ ਉਸ ਟੌਪਿਕ ਤੋਂ ਸ਼ੁਰੂ ਹੁੰਦੇ ਨੇ ਸ਼ਬਦ ਜਿਹੜੇ ਹੈ। ਸ਼੍ਰੀ ਦਾ ਜਿਹੜਾ ਮਜ਼ਮੂਨ ਜਿਹੜਾ ਹੈ ਨਾ, ਸ਼੍ਰੀ ਦਾ ਜਿਹੜਾ ਮੂਡ ਹੈ ਉਹ ਬਹੁਤ ਜ਼ਿਆਦਾ ਸੀਰੀਅਸ ਮੂਡ ਹੈ ਬੜਾ ਸ਼੍ਰੀ ਦਾ, ਗੰਭੀਰ ਹੈ ਵਿਸ਼ਾ ਸ਼੍ਰੀ ਦਾ। ਤੇ ਉਹਦੇ ਵਿੱਚ ਜਿਹੜੇ ਮੂਡ ਜਿਹੜਾ ਹੈ ਉਸ ਰਾਗ ਦਾ ਉਹ ਡਿਟੈਚਮੈਂਟ ਵਾਲਾ ਵੀ ਹੈ ਤੇ ਨਾਲੇ ਇੱਕ ਵਿਛੋੜੇ ਵਾਲਾ ਹੈ, ਇੱਕ ਬਿਰਹਾ ਦੀ ਫੀਲਿੰਗ ਹੈ ਉੱਥੇ ਸ਼੍ਰੀ ਵਿੱਚ ਬੜੀ। ਮਨੇ ਗਾਣ ਨਾਲ ਨਾ ਅਗਰ ਬਹੁਤਾ ਗਾਓ ਸ਼੍ਰੀ ਨੂੰ, ਅਗਰ ਤੁਸੀਂ ਬਹੁਤਾ ਸ਼੍ਰੀ ਰਾਗ ਨੂੰ ਗਾਓ ਤੇ ਉਸ ਰਾਗਾਂ ਨੂੰ ਆਪਣੇ ਰਾਗਾਂ ਦੀ ਇੱਕ ਵਿਲੱਖਣਤਾ ਹੈ ਰਾਗਾਂ ਦੀ। ਸ਼੍ਰੀ ਨੂੰ ਬਹੁਤਾ ਗਾਣ ਨਾਲ ਅੰਦਰ ਇੱਕ ਵੈਰਾਗ ਪੈਦਾ ਹੁੰਦਾ ਹੈ। ਸ਼੍ਰੀ ਨੂੰ ਗਾਣ ਨਾਲ ਅੰਦਰ ਇੱਕ ਐਸਾ ਮਹਿਸੂਸ ਹੁੰਦਾ ਹੈ ਕਿ ਕੋਈ ਚੀਜ਼ ਤੁਹਾਡੀ ਗੁੰਮ ਗਈ ਹੈ, ਜਿਸ ਤਰ੍ਹਾਂ ਇਸ ਤਰ੍ਹਾਂ ਮਹਿਸੂਸ ਹੋਏਗਾ ਤੁਹਾਨੂੰ ਕਿ ਕੋਈ ਚੀਜ਼ ਵਿਛੜ ਗਈ ਹੈ ਤੁਹਾਡੇ ਤੋਂ, ਤੇ ਉਸ ਵਿਛੜਨ ਦਾ ਦੁੱਖ ਜਿਹੜਾ ਹੈ ਉਹ ਤੁਹਾਡੇ ਅੰਦਰ ਆਏਗਾ। ਇਹ ਸੰਗੀਤ ਦੀ ਤਾਕਤ ਹੈ, ਤੁਸੀਂ ਰੋਕ ਨਹੀਂ ਸਕਦੇ ਉਸਨੂੰ। ਅੱਜ ਕੱਲ ਰਾਗੀ ਗਾਉਂਦੇ ਨਹੀਂ ਹਨ ਬਿਕਾਜ਼ ਅਸੀਂ ਹੁਣ ਉਹਨਾਂ ਰਾਗਾਂ ਤੋਂ ਪਿੱਛੇ ਹਟ ਗਏ ਹਾਂ ਗੁਰਦੁਆਰਿਆਂ ਵਿੱਚ। ਜਨਰਲੀ ਸਪੀਕਿੰਗ ਨਾ ਆਪ ਸਮਝ ਹੈ ਸਾਨੂੰ ਤੇ ਨਾ ਦੂਸਰਿਆਂ ਨੂੰ ਇਨਕਰੇਜ ਕਰਦੇ ਹਾਂ, ਤੇ ਉਹ ਨਾ ਹੋਣ ਕਾਰਨ ਉਹ ਜਿਹੜੀਆਂ ਫੀਲਿੰਗ ਜਿਹੜੀਆਂ ਆਣੀਆਂ ਚਾਹੀਦੀਆਂ ਉਹਨਾਂ ਰਾਗਾਂ ਤੋਂ ਆਉਂਦੀਆਂ ਨਹੀਂ ਸਾਰੀਆਂ। ਤੇ ਸ਼੍ਰੀ ਦੀ ਜਰਨੀ ਇਸ ਵਾਸਤੇ ਉਹਨਾਂ ਨੇ ਪਹਿਲਾ ਰਾਗ, ਇਹਦੇ ਤੇ ਕੋਈ ਦੋ ਰਾਏ ਨਹੀਂ ਹਨ, ਮੋਸਟ ਆਥਰਸ ਐਗਰੀ ਔਨ ਦਿਸ, ਕਿ ਸ਼੍ਰੀ ਨੂੰ ਪਹਿਲਾ ਦਰਜਾ ਇਸ ਵਾਸਤੇ ਦਿੱਤਾ ਗਿਆ ਕਿ ਸ਼੍ਰੀ ਵਿੱਚ ਵਿਛੋੜਾ ਹੈ, ਸ਼੍ਰੀ ਵਿੱਚ ਰੀਅਲਾਈਜ਼ੇਸ਼ਨ ਹੈ ਕਿ ਕੁਝ ਵਿਛੜ ਗਿਆ ਹੈ, ਕੁਝ ਅਲੱਗ ਹੋ ਗਿਆ ਹੈ। ਸ਼੍ਰੀ ਵਿੱਚ ਦਰਦ ਵੀ ਹੈ, ਬੜਾ ਪੇਨ ਹੈ, ਬੜੀ ਸਫਰਿੰਗ, ਜਿਹੜੀ ਸੈਪਰੇਸ਼ਨ ਦੀ ਸਫਰਿੰਗ ਹੈ ਨਾ ਉਹ ਸ਼੍ਰੀ ਵਿੱਚ ਰਿਫਲੈਕਟ ਹੁੰਦੀ ਹੈ। ਤੇ ਇਹ ਨਾ ਸੋਚਿਓ ਕਦੀ, ਇਹ ਭੁੱਲ ਕੇ ਕਦੀ ਨਾ ਸੋਚਿਓ ਕਿ ਗੁਰੂ ਨਾਨਕ ਮਹਾਰਾਜ ਨੇ ਖਾਲੀ ਬਾਣੀ ਦਾ ਸੰਗ੍ਰਹਿ ਸਾਰਾ ਸਿਰਫ ਇੱਕ ਟੈਕਨੀਕਲ ਐਸਪੈਕਟ ਤੋਂ ਕਰ ਦਿੱਤਾ ਸਾਰਾ, ਉਹ ਨਹੀਂ। ਕਿਸੇ ਦਾ ਮਾਈਕ੍ਰੋਫੋਨ ਆਨ ਹੋ ਗਿਆ, if they can mute themselves please। ਤੇ ਇਹ ਜਿਹੜੀ ਸੈਪਰੇਸ਼ਨ ਜਿਹੜੀ ਹੈ ਬਾਣੀ ਦੀ, ਜਿਹੜੀ ਸ਼੍ਰੀ ਤੋਂ ਸ਼ੁਰੂ ਹੁੰਦੀ ਹੈ, ਇਹ ਜਰਨੀ ਚਲਦੀ ਹੈ ਫਿਰ ਮਾਝ ਤੋਂ ਸ਼ੁਰੂ ਹੋ ਕੇ ਗੌੜੀ ਤੋਂ ਅਲੱਗ ਹੋ ਕੇ ਬੜੀਆਂ ਡਿਫਰੈਂਟ ਹਿਊਮਨ ਇਮੋਸ਼ਨਸ ਵਿੱਚੋਂ ਜਾਂਦੀ ਹੈ ਇਹ ਜਰਨੀ। ਕਿੱਥੇ ਆਸਾ ਵਿੱਚ ਪਹੁੰਚਦੀ ਹੈ ਤੇ ਇੱਕ ਰੋਹ ਜਾਗਦੀ ਹੈ ਉਹਦੇ ਅੰਦਰ, ਇੱਕ ਅਲੱਗ ਹੋਪ ਜਾਗਦੀ ਹੈ, ਇੱਕ ਅਲੱਗ ਜਾਗਦੀ ਹੈ ਅੰਦਰ ਰੋਹ ਕਿ ਕੁਝ ਬਦਲੇਗਾ, ਕੁਝ ਹੋਏਗਾ, ਹੁਣ ਹੋਏਗੀ। ਤੇ ਆਸਾ ਰਾਗ ਦੇਖੋ ਇਤਨਾ ਇੰਪੋਰਟੈਂਟ ਹੈ ਕਿ ਆਸਾ ਡਾਨ ਔਰ ਡਸਕ ਦੋਨਾਂ ਵਿੱਚ ਗਾਇਆ ਜਾਂਦਾ ਹੈ। ਹੁਣ ਵੀ ਦਰਬਾਰ ਸਾਹਿਬ ਸਵੇਰੇ ਆਸਾ ਕੀ ਵਾਰ ਦੀ ਚੌਂਕੀ ਸਵੇਰੇ ਤੜਕੇ ਸੂਰਜ ਆਉਣ ਤੋਂ 2 ਘੰਟੇ ਪਹਿਲੇ ਚੌਂਕੀ ਸ਼ੁਰੂ ਹੋ ਜਾਂਦੀ ਹੈ 4 ਵਜੇ ਸਵੇਰੇ, ਹਾਲੇ ਸੂਰਜ ਆਇਆ ਨਹੀਂ ਹੁੰਦਾ, ਤੇ ਆਸਾ ਵਿੱਚ ਹੀ ਕਰਦੀਆਂ ਕੀਰਤਨ ਸਵੇਰੇ ਅਸੀਂ 4 ਵਜੇ ਸਵੇਰੇ 4:30 ਵਜੇ। ਤੇ ਗੁਰੂ ਕੇ ਵੱਡੇ ਕੀਰਤਨੀਏ, ਗੁਰੂ ਕੇ ਮਹਾਨ ਕੀਰਤਨੀਏ, ਮੈਂ ਨਾਂ ਲਵਾਂ ਭਾਈ ਸਮੂਨ ਸਿੰਘ ਹੋਰਾਂ ਦਾ। ਭਾਈ ਸਮੂਨ ਸਿੰਘ ਹੋਰੀ ਬੜੇ ਸਾਲ ਸੇਵਾ ਕੀਤੀ ਨਨਕਾਣਾ ਸਾਹਿਬ ਗੁਰਦੁਆਰੇ, ਉਹਨਾਂ ਨੇ ਬਹੁਤ ਸਾਲ ਉੱਥੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਤੇ ਨਨਕਾਣਾ ਸਾਹਿਬ ਗੁਰਦੁਆਰੇ ਅੰਦਰ ਜਗ੍ਹਾ ਬੈਠਣ ਦੀ ਘੱਟ ਹੋਣ ਕਾਰਨ ਬੜੀ ਵਾਰੀ
ਭਾਈ ਸਾਹਿਬ ਜੀ ਗੁਰਦੁਆਰੇ ਕੀਰਤਨ ਬਾਹਰ ਚੁਬਾਰੇ ਵਿੱਚ ਅੰਦਰ ਉੱਤੇ ਛੱਤ ਹੁੰਦੀ ਸੀ, ਪੈਟੀਓ ਕਹਿ ਲਓ ਜਾਂ ਜੋ ਵੀ ਕਹਿ ਲਓ, ਉੱਤੇ ਲੱਗਿਆ ਹੋਇਆ। ਮਹਾਰਾਜ ਭਾਈ ਸਾਹਿਬ ਬਾਹਰ ਕੀਰਤਨ ਕਰਦੇ ਹੁੰਦੇ ਸਨ, ਤੇ ਕਈ ਵਾਰੀ ਕੀਰਤਨ ਕਰਦਿਆਂ ਰਾਤੀ ਕੀਰਤਨ ਰਾਮਕਲੀ ਸ਼ੁਰੂ ਕੀਤਾ, ਹੋਰ ਕਿਸੇ ਰਾਗਾਂ ਸ਼ੁਰੂ ਕੀਤਾ, ਤੇ ਪੋ ਫੁੱਟੀ ਜਦੋਂ, ਤੇ ਕਈ ਵਾਰੀ ਕੋਈ ਜਦੋਂ, ਕਿਉਂਕਿ ਡਾਉਨ ਤੇ ਗਾਣ ਦੀ ਇੱਕ ਹੈ ਹੁਕਮ, ਤੇ ਕਹਿੰਦੇ ਜਦੋਂ ਸੂਰਜ ਦੀ ਪਹਿਲੀਆਂ ਰੋਸ਼ਨੀਆਂ ਨਜ਼ਰ ਆਉਂਦੀਆਂ ਸਨ, ਤੇ ਅਗਰ ਕੋਈ ਕੀਰਤਨ ਅਗਰ ਰਾਮਕਲੀ ਰਾਗ ਵਿੱਚ ਕਰ ਰਹੇ ਹੋਣ ਕੀਰਤਨ, ਮਹਾਰਾਜ ਨੇ ਐਬਿਲਿਟੀ ਬਖਸ਼ੀ ਸੀ ਉਹਨਾਂ ਨੂੰ ਇਹੋ ਜੀ ਕਿ ਉਸੇ ਰਾਗ ਨੂੰ ਆਸਾ ਚ ਕਨਵਰਟ ਕਰ ਲੈਂਦੇ ਸਨ ਜਦੋਂ ਦੇਖਦੇ ਸਨ ਕਿ ਸੂਰਜ ਦੀਆਂ ਪਹਿਲੀਆਂ ਰੂਹਾਂ ਫੁੱਟ ਗਈਆਂ ਹਨ। ਸੋ ਆਸਾ ਵਿੱਚ ਇੱਕ ਅਲੱਗ ਫੀਲਿੰਗ ਹੈ, ਇੱਕ ਮਿਲਣ ਦੀ ਲਾਲਸਾ ਹੈ, ਇੱਕ ਕੁਝ ਹੋਏਗਾ ਬਦਲਣ ਦੀ ਇੱਕ ਹੈ ਉਮੀਦ ਉੱਥੇ। ਤੇ ਅੱਗੇ ਜਾ ਕੇ ਆਸਾ ਸ਼ਾਮੀ ਵੀ ਪੜ੍ਹਦੇ ਹਾਂ ਕਿ ਸਵੇਰੇ ਹੀ ਨਹੀਂ, ਜਦੋਂ ਪੋ ਫੁੱਟਣ ਤੋਂ ਪਹਿਲੇ ਆਸਾ ਨਹੀਂ ਹੈ, ਫਿਰ ਤੇ ਸੂਰਜ ਆਣਾ ਹੀ ਆਣਾ ਹੈ, ਰੋਸ਼ਨੀ ਹੋਣੀ ਹੀ ਹੋਣੀ ਹੈ, ਚਾਨਣਾ ਹੋਣਾ ਹੀ ਹੋਣਾ ਹੈ। ਲੇਕਿਨ ਜਦੋਂ ਸੂਰਜ ਡੁੱਬਦਾ ਹੈ, ਜਦੋਂ ਸੂਰਿਆਸਤ ਦੇ ਟਾਈਮ, ਜਦੋਂ ਸਨਸੈਟ ਦੇ ਟਾਈਮ ਵੀ ਹਰਮੰਦਰ ਸਾਹਿਬ, ਹੁਣ ਤੱਕ ਹਰਮੰਦਰ ਸਾਹਿਬ ਔਰ ਇੱਕ ਗੁਰੂ ਘਰ ਦੀ ਮਰਿਆਦਾ ਹਰ ਵੱਡੇ ਗੁਰਦੁਆਰੇ 'ਚ ਮਰਿਆਦਾ ਹੈ। ਈਵਨ ਹੁਣ ਵੀ ਬੰਗਲਾ ਸਾਹਿਬ, ਸੀਸਗੰਜ ਵਗੈਰਾ ਵੱਡੇ ਗੁਰਦੁਆਰਿਆਂ ਵਿੱਚ ਸੋਦਰ ਦੀ ਚੌਕੀ ਲੱਗਦੀ ਹੈ ਸ਼ਾਮੀ। ਸੋਦਰ ਤੇਰਾ ਕਿਹਾ ਸੋ ਕਰ ਕਿਹਾ ਚਿਤਵੈ ਸਰਬ ਸੰਭਾਲੇ, ਇਹ ਸੋਦਰ ਦੀ ਚੌਕੀ ਵੀ ਆਸਾ 'ਚ ਲਗਾਉਂਦੇ ਹਾਂ ਅਸੀਂ। ਉਹ ਵੀ ਸ਼ਾਮੀ ਵੀ ਆਸਾ ਪੜ੍ਹਦੇ ਆ, ਸਵੇਰੇ ਵੀ ਆਸਾ ਪੜ੍ਹੀ ਜਾਂਦੀ ਹੈ। ਦੋਨੋਂ ਵਾਲੇ ਉਮੀਦ ਹੈ, ਦੋਨੋਂ ਤਰਫ ਹੋਪ ਹੈ। ਇਹ ਸਾਰੀਆਂ ਹਿਊਮਨ ਇਮੋਸ਼ਨਸ ਹਨ। ਬਿਹਾਗੜੇ ਦੀ ਅਲੱਗ ਹੈ ਕਿਉਂਕਿ ਗੁਰੂ ਕੇ ਸਿੱਖ ਹਰ ਇਮੋਸ਼ਨ ਦੇ ਥਰੂ ਚੱਲੇ ਮਿਊਜ਼ੀਕਲ ਐਂਗਲ। ਤੇਗ ਬਹਾਦਰ ਮਹਾਰਾਜ ਦੀ ਦੇਣ ਹੈ, ਗੁਰੂ ਤੋਂ ਆਇਆ ਹੈ। ਹੁਣ ਵੀ ਉਹਨਾਂ ਰਾਜਵਾੜਿਆਂ ਵਿੱਚ ਰਾਜਪੂਤ ਜਿੱਤ ਕੇ ਆਏ ਬੈਟਲ, ਜਦੋਂ ਗੱਲਾਂ ਜਦੋਂ ਹਾਰ ਪਵਾਏ ਜਾਂਦੇ ਹਨ, ਜਦੋਂ ਉਹਨਾਂ 'ਚ ਖੁਸ਼ੀ ਮਨਾਈ ਜਾਂਦੀ ਹੈ ਕਿਸੇ ਦੇ ਆਉਣ ਤੇ ਜੈਜਾਵੰਤੀ ਗਾਇਆ ਜਾਂਦਾ ਹੈ ਹੁਣ ਤੱਕ। ਤੇ ਇਹ ਇੱਕ ਸਿਰਾ ਹੈ ਸਿੱਖ ਦੇ ਸਿਰੇ, ਜਿਹੜਾ ਪ੍ਰਮਾਤਮਾ ਨੂੰ ਜਿੱਤ ਕੇ, ਜਿਹੜਾ ਪ੍ਰਮਾਤਮਾ ਦੇ ਘਰ ਜਿਹੜਾ ਵਾਪਸ ਮੁੜਦਾ ਹੈ। ਜਿਹੜੀ ਜਰਨੀ ਸ਼੍ਰੀ ਤੋਂ ਸ਼ੁਰੂ ਹੋਈ ਸੀ, ਉਹ ਜੈਜਾਵੰਤੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਸ ਵੈਰਾਗ ਭਈ ਬਾਣੀ ਵਿੱਚ ਆ ਕੇ ਉਹ ਜਰਨੀ ਜਿਹੜੀ ਹੈ ਮਿਊਜ਼ੀਕਲ, ਫਰਮ ਅ ਮਿਊਜ਼ੀਕਲ ਐਂਗਲ ਉੱਥੇ ਖਤਮ ਹੁੰਦੀ ਹੈ। ਇਹ ਵੀ ਇੱਕ ਜਿੱਤ ਦਾ ਸਿਹਰਾ ਹੈ ਜਿਹੜਾ ਸਿੱਖ ਦੇ ਸਿਰ ਤੇ ਬੰਨਿਆ ਜਾਂਦਾ ਹੈ ਜੈਜਾਵੰਤੀ ਦੇ ਥਰੂ। ਅਫਸੋਸ ਦੀ ਗੱਲ ਇਹ ਹੈ ਕਿ ਹੁਣ ਕੌਣ ਜੈਜਾਵੰਤੀ ਪੜ੍ਹਦਾ ਹੁਣ, who sings it very rarely, at least LA ਦੀ ਮੈਂ ਗੱਲ ਕਰਾਂ, ਮੈਂ ਬਹੁਤ ਰੇਅਰਲੀ ਇਸ ਰਾਗ ਨੂੰ ਗਾਉਂਦਿਆਂ ਰਾਗੀਆਂ ਕੋਲ ਸੁਣਿਆ ਹੈ। ਵੈਰੀ ਰੇਅਰ ਓਕੇਜ਼ਨ ਵਿੱਚ, ਕਿਤੇ ਕੋਈ 10 ਸਾਲਾਂ 'ਚ ਇੱਕ ਵਾਰੀ ਸੁਣਿਆ ਹੋਏ ਤੇ ਸੁਣਿਆ ਹੋਏ। Many people from other places can tell me whether they hear this rag more often or not. ਮੈਂ ਕਈ ਵਾਰੀ ਉੱਥੇ ਵੀ ਕਹਿੰਦਾ ਹੁੰਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਪੁਰਬ ਤੱਕ ਉਸ ਵੇਲੇ ਤੇ ਗਾ ਲਓ ਇੱਕ ਵਾਰੀ, ਉਹਨਾਂ ਨੂੰ ਯਾਦ ਕਰਨ ਵਾਸਤੇ, ਪਰ ਉੱਥੇ ਵੀ ਘੱਟ ਗਾਇਆ ਜਾਂਦਾ ਹੈ। ਸੋ ਜੈਜਾਵੰਤੀ ਦੀ ਆਪਣੀ ਇੰਪੋਰਟੈਂਸ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਵਿਕਟੋਰੀਅਸ ਸਿੱਖ ਨੂੰ ਇੱਕ ਸਿਹਰਾ ਜਿਹੜਾ ਹੈ ਬੰਨਿਆ ਉਹਨਾਂ ਦੇ ਸਿਰ ਦੇ ਉੱਤੇ, ਕਿ ਤੇਰੀ ਜਰਨੀ ਜਿਹੜੀ ਸ਼੍ਰੀ ਤੋਂ ਜਿਹੜੀ ਸ਼ੁਰੂ ਹੋਈ ਸੀ, ਉਹ ਪ੍ਰਭਾਤੀ ਤੋਂ ਨਿਕਲ ਕੇ ਜੈਜਾਵੰਤੀ ਤੇ ਖਤਮ ਹੁੰਦੀ ਹੈ ਜਰਨੀ, ਫਰਮ ਅ ਮਿਊਜ਼ੀਕਲ ਐਂਗਲ ਤੋਂ ਲੈ ਕੇ। ਸੋ ਇਟਸ ਅ ਬਿਊਟੀਫੁਲ, ਕਦੀ ਟਾਈਮ ਮਿਲਿਆ ਤੇ ਵੀ ਇੱਕ ਟੌਪਿਕ ਹੈ ਡਿਸਕਸ ਕਰਨ ਦਾ। ਪਰ people who learn music can relate more to it, though people who have no clue about music will have a difficult time relating to it, ਕਿਉਂਕਿ ਹੈ ਤੇ ਸਾਰਾ ਗ੍ਰੰਥ ਤੇ ਮਿਊਜ਼ੀਕਲ ਹੈ ਨਾ। ਹੁਣ ਪ੍ਰੋਬਲਮ ਇਹ ਹੈ ਕਿ ਮਿਊਜ਼ਿਕ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅਲੱਗ ਨਹੀਂ ਕਰ ਸਕਦੇ ਤੁਸੀਂ, ਬਿਲਕੁਲ ਇੰਟੀਗ੍ਰੇਟਡ ਹਨ ਦੋਨੋਂ ਚੀਜ਼ਾਂ। ਤੇ ਸੰਗੀਤ ਇੱਕ ਐਸਾ ਪੱਖ ਹੈ ਕਿ ਤੁਸੀਂ ਉਸਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਅਲੱਗ ਨਹੀਂ ਕਰ ਸਕਦੇ। ਤੇ ਉਹ ਪੱਖ ਵੀ ਉਤਨਾ ਹੀ ਕ੍ਰਿਟੀਕਲ ਹੈ, ਜਿਤਨੀ ਬਾਣੀ ਦੀ ਵਿਆਖਿਆ ਕ੍ਰਿਟੀਕਲ ਹੈ, ਉਤਨਾ ਹੀ ਗਾਣਾ ਉਸਨੂੰ ਕ੍ਰਿਟੀਕਲ ਹੈ। ਤੇ ਜੈਜਾਵੰਤੀ ਦੇ ਸ਼ਬਦ ਜਿਹੜੇ ਹਨ, ਇੱਕ ਜ਼ਰੂਰ ਸਿੱਖਿਓ ਤੁਸੀਂ ਆਪ ਗਾਣਾ ਉਸ ਸ਼ਬਦ ਨੂੰ। I'll stop here to see if anybody has any questions. Otherwise, it'll be a short class today. I'm going to end it right now. ਅਗਰ ਕੋਈ question ਹੋਵੇ ਸੰਗੀਤ ਦੇ ਪੱਖੋਂ ਵੀ ਤੇ ਜੈਜਾਵੰਤੀ ਦੇ ਉੱਤੇ, ਤੇ I'll try to answer ਜੀ। Veerji, can you post some of the shabads in Jaijavanti on the web, on your site? Okay, I will do that, Didi. I will do that, Mamal ji. Then we can look it up and try to learn them. Sure. ਤੁਸੀਂ ਮੈਂ ਰਿਕਾਰਡਿੰਗ ਪਾ ਦਿਆਂ ਕਿ just the ਸ਼ਬਦ ਦੀ
you want me to put a recording of the Shabad sung by somebody, or do you want me to just You can put both, you know, but definitely the ਕਿਹੜੇ ਅੰਗ ਵਿੱਚ ਹੈਗੇ ਨੇ ਜੈ ਜੈਵੰਤੀ towards the end which ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੈਨੂੰ ਅੰਗ ਨੰਬਰ ਮੈਨੂੰ ਆਪ ਨਹੀਂ I don't know, but definitely no question about I'll put if anybody is listening studio ਤੁਹਾਨੂੰ ਮਿਲ ਜਾਏ ਸ਼ਬਦ ਰਾਮ ਸਿਮਰ ਵਾਲਾ ਭਾਈ ਅਵਤਾਰ ਸਿੰਘ ਨੇ ਗਾਇਆ ਹੋਇਆ ਜਿਹੜਾ ਉਹ ਅਗਰ ਮਿਲ ਜਾਏ ਤੁਹਾਨੂੰ ਤੇ ਤੁਸੀਂ ਪੋਸਟ ਕਰ ਦੇਣਾ ਸ਼ਬਦ if somebody can find it. I think ਸਿੱਖਨੈਟ ਤੇ ਸ਼ਾਇਦ ਹੋਏ ਉਹਨਾਂ ਦਾ ਗਾਇਆ ਹੋਇਆ ਜੈ ਜੈਵੰਤੀ ਵਾਲਾ ਤੇ I will also try to have somebody put the page numbers. I think ਤਿੰਨ ਹੀ ਸ਼ਬਦ ਹਨ ਤਿੰਨ I don't know whether I'm wrong, maybe I thought there are 3 ਸ਼ਬਦ ਜੈ ਜੈਵੰਤੀ ਦੇ, but I could ਚਾਰ ਸ਼ਬਦ ਹੈ ਵੀਰ ਜੀ, 4 ਸ਼ਬਦ ਹੈ ਜੀ, 4 ਸ਼ਬਦ ਹਨ ਜੈ ਜੈਵੰਤੀ, so 4 ਹਨ, so ਉਹ page number yeah 1352 ਤੇ ਹੈ 1352 1352 ਤੇ ਹਾਂਜੀ BG, I just put a list of all of his shabads with the page number and the rag on the app. Thank you ji. Oh, thank you ji. ਦੇਖੋ ਲੋਕ ਕਿੰਨੇ ਸਿਆਣੇ ਨੇ, ਸਾਰਿਆਂ ਨੂੰ ਪਤਾ ਕਿੰਨ ਕਰੀਦਾ, ਸੋ ਇਹ ਮੈਂ ਨਹੀਂ ਕਰ ਸਕਦਾ ਜੋ ਇਹ ਫਟੋਫਟ ਕਰ ਲੈਂਦੇ ਕੰਮ, ਇਹ ਮੇਰੇ ਵਾਸਤੇ ਨਹੀਂ ਰੋਗ, but anyway I will also try to put Jai Javanti is not a rag that you can really learn, a self learning raga ਵਿੱਚੋਂ ਨਹੀਂ ਹੈ, unfortunately it's a difficult rag, is challenging है पढ़ना इन्हों, दोनों गंधार लगते हैं, दोनों निखाद लगते हैं, the चलन भी different है इस राग दा, so this is not something that you can just read a book and then start learning yourself. You need hand holding it, you need a qualified teacher you teach you know properly, so you know, so जे मैं notation ही पा दियांगा, पर तावी सीखना ਕਿਸੇ ਕੁਆਲੀਫਾਈਡ ਜਿਹੜਾ ਟੀਚਰ ਜਿਹਨੂੰ ਸੰਗੀਤ ਦੀ ਸੋਝੀ ਹੋਵੇ ਜਿਸਨੂੰ ਉਹ ਸਿਖਾ ਸਕਦਾ, ਤੁਹਾਨੂੰ ਹਰ ਬੰਦਾ ਨਹੀਂ ਸਿਖਾ ਸਕਦਾ, ਹਾਂਜੀ ਨਾ ਆਪੇ ਸਿੱਖਣ ਵਾਲਾ ਤੇ ਹੈ ਹੀ ਨਹੀਂ ਰਾਗ, ਸੈਲਫ ਲਰਨਿੰਗ ਵਾਲਾ ਨਹੀਂ ਹੈ, ਹਾਂਜੀ। Anybody else has any questions on his life or on his bani? Otherwise मैं एक छोटा जिहा शब्द सिलेक्ट कीता है इत्थे, let me share that, and I you know I hope I'll be able to can you see the shabad on the screen? ਹਾਂਜੀ ਹਾਂਜੀ, so मैं बिलावल ਦਾ ਇੱਕ ਸ਼ਬਦ ਚੂਜ਼ ਕੀਤਾ ਹੈ, ਜਾਣਬੁੱਝ ਕੇ ਛੋਟਾ ਸ਼ਬਦ ਚੂਜ਼ ਕੀਤਾ, ਮੈਂ ਕਿਹਾ ਟਾਈਮ ਘੱਟ ਲੱਗੇਗਾ, ਨਾਲੇ I found ਕਿ this ਸ਼ਬਦ is everything that we need to know, ਉਹਨਾਂ ਦੀ ਬਾਣੀ ਦਾ ਥੋੜਾ ਐਗਜ਼ਾਮਪਲ ਤੁਹਾਨੂੰ ਦੇਣਾ ਸੀ, ਤੇ ਕੀਰਤਨ ਗਰੁੱਪ ਦੇ ਜਿਹੜੇ ਮੈਂਬਰ ਜਿਹੜੇ ਸੁਣਦੇ ਪਏ ਨੇ, ਮੈਂ ਬੜੇ ਦਿਨਾਂ ਤੋਂ ਸੋਚਦਾ ਪਿਆ ਸੀ ਕਿ ਵਿਜੂ ਨੂੰ ਕਹਾਂ ਕਿ ਸ਼ਬਦ ਸਿਖਾਣ, ਦੇਖੋ whenever ਇਹ ਅਸੀਂ ਰੀਤ ਸਿੱਖੀ ਨਹੀਂ ਹੋਈ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਬਿਲਾਵਲ ਦਾ ਸ਼ਬਦ ਹੈ, ਬਿਲਾਵਲ ਮਹੱਲਾ 9ਵਾਂ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਗੁਰ ਇਹੋ ਭੇਦ ਬਤਾਵੇ ਰਹਾਉ। ਇੱਥੇ ਵੀ ਨੋਟਿਸ ਕਰੋਗੇ ਕਿ ਰਹਾਉ ਦੀਆਂ ਪੰਕਤੀਆਂ ਪਹਿਲੇ 2 ਲਾਈਨਾਂ ਵਿੱਚ ਹੀ ਆ ਗਈਆਂ ਹਨ। ਇੱਕ ਹੋਰ ਗੱਲ ਨੋਟਿਸ ਕਰੋਗੇ, ਜਨਰਲੀ ਸਪੀਕਿੰਗ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਊਮਰੋਲੋਜੀ ਜਿਹੜੀ ਹੈ, ਉਹਦੇ ਵਿੱਚ ਰਹਾਉ ਦੀ ਪੰਕਤੀਆਂ ਦੀ ਅਲੱਗ ਨਿਊਮਰੋਲੋਜੀ ਹੋਏਗੀ ਤੇ ਬਾਕੀ ਪੰਕਤੀਆਂ ਦੀ ਅਲੱਗ ਹੋਏਗੀ। ਸੋ ਨੋਟਿਸ ਕਰੋਗੇ ਕਿ ਕੈਨ ਐਵਰੀਬਡੀ ਸੀ ਮਾਈ ਮਾਊਸ, ਇਹ ਵਾਲਾ ਇਹ ਦੇਖੋਗੇ, ਇਹ ਇੱਥੇ 1 ਆਇਆ ਇੱਥੇ, ਪਰ ਇੱਥੇ ਦੁਬਾਰਾ 1 ਆਇਆ ਹੈ, ਬਟ ਬਿਕਾਜ਼ ਇਹ 1 ਰਹਾਉ ਦੀ ਪੰਕਤੀਆਂ ਵਾਸਤੇ ਆਇਆ ਹੈ। ਜੇ ਅਗਰ 2 ਰਹਾਉ ਦੀਆਂ ਪੰਕਤੀਆਂ ਹੋਣਗੀਆਂ ਤੇ ਇੱਥੇ 2 ਆ ਜਾਏਗਾ ਫਿਰ, ਲੇਕਿਨ ਅਗਰ ਇੱਕੋ ਹੀ ਰਹਾਉ ਦੀ ਪੰਕਤੀਆਂ ਤੇ ਇੱਕੋ ਹੀ ਆਏਗਾ, ਪਰ ਇੱਕ ਜਿੱਥੇ ਪਦਾ ਖਤਮ ਹੁੰਦਾ ਇੱਥੇ 1 ਹੈ ਤੇ ਇੱਥੇ 2 ਹੈ, ਹਾਂਜੀ। ਇਹ ਦੂਸਰਾ ਸ਼ਬਦ ਹੈ ਬਿਲਾਵਲ ਦਾ, ਤੇ ਬਿਲਾਵਲ ਦਾ ਇੱਕ ਪਹਿਲਾ ਸ਼ਬਦ ਹੈ, ਇਸ ਤੋਂ ਪਹਿਲੇ there is another ਸ਼ਬਦ in ਬਿਲਾਵਲ ਮਹੱਲੇ 9ਵੇਂ ਦਾ ਸ਼ਬਦ, ਉੱਥੇ ਲਿਖਿਆ ਹੋਇਆ 2 ਪਦੇ ਵੀ 2 ਪਦਿਆਂ ਦਾ ਸ਼ਬਦ ਹੈ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਪ੍ਰਮਾਤਮਾ ਦੇ ਨਾਮ ਤੋਂ ਬਿਨਾ, ਪ੍ਰਮਾਤਮਾ ਦੇ ਪਿਆਰ ਤੋਂ ਬਿਨਾ, ਪ੍ਰਮਾਤਮਾ ਦੀ ਰਜ਼ਾ ਬਿਨਾ, ਪ੍ਰਮਾਤਮਾ ਦੀ ਖੁਸ਼ੀ ਲਿਆ ਬਿਨਾ, ਉਹਦੀ ਮਿਹਰ, ਉਹਦੀ ਰਹਿਮਤ ਮਿਲੇ ਬਿਨਾ ਦੁੱਖ ਹੀ ਦੁੱਖ ਹੈ, ਫਿਰ ਹੋਰ ਕੁਝ ਨਹੀਂ ਦੁਨੀਆ 'ਚ। ਹੋਰ ਜੇ ਸੁੱਖ ਨਹੀਂ ਹੈ, ਸੁੱਖ ਦਾ ਮਤਲਬ ਪਰਮਾਨੈਂਟ ਹੈਪੀਨੈਸ ਹੁੰਦੀ ਹੈ, ਉਹ ਟੈਂਪਰੇਰੀ ਹੈਪੀਨੈਸ ਦੀ ਗੱਲ ਨਹੀਂ ਕਰਦਾ ਪਿਆ, ਜਿਹੜੀ ਫਰੈਂਡਸ ਨੂੰ ਮਿਲਣ ਨਾਲ ਹੁੰਦੀ ਹੈ, ਜਾਂ ਪਾਰਟੀ ਤੇ ਜਾਣ ਨਾਲ ਹੁੰਦੀ ਹੈ, ਜਾਂ ਵੈਕੇਸ਼ਨ ਤੇ ਜਾਣ ਨਾਲ ਹੁੰਦੀ ਹੈ 1 ਹਫ਼ਤੇ ਦੀ, ਉਸ ਹੈਪੀਨੈਸ ਦੀ ਗੱਲ ਨਹੀਂ ਕਰ ਰਿਹਾ। ਪਰਮਾਨੈਂਟ ਹੈਪੀਨੈਸ ਦਾ ਦਰਵਾਜ਼ਾ ਜਿਹੜਾ ਵਾ ਉਹ ਸਿਰਫ ਗੁਰੂ ਹੀ ਖੋਲ ਸਕਦੇ ਹਨ। ਉਹ ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਮਿਲਦਾ ਹੈ।
ਉਹ ਮਿਲਦਾ ਹੈ ਉਹਦੀ ਕਿਰਪਾ ਦੁਆਰਾ ਤੇ ਉਹਦੇ ਪਿਆਰ ਕਰਨ ਵਾਲਿਆਂ ਦੀ ਸੰਗਤ ਕੀਤੇ ਹੋਏ ਉਹ ਇਹ ਨਾਮ ਦਾ ਦਰਵਾਜ਼ਾ ਉਹਦਾ ਅੱਗੇ ਖੁੱਲਦਾ ਹੈ। ਤੇ ਇਸ ਤੋਂ ਬਿਨਾ ਹਰ ਕੇ ਨਾਮ ਬਿਨਾ ਦੁੱਖ ਪਾਵੈ, ਫਿਰ ਉਸ ਨੂੰ ਦੁੱਖ ਮਿਲਦਾ ਹੈ। ਤੇ ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਸਹਿਸਾ ਮਨੇ ਡਰ, ਜਿਹੜੇ ਭ੍ਰਮ ਜਿਹੜੇ ਅੰਦਰ ਤੇ ਡਰ, ਹਰ ਚੀਜ਼ ਦਾ ਡਰ ਜਿਹੜਾ ਛੁਪਿਆ ਹੋਇਆ ਹੈ। ਪ੍ਰਮਾਤਮਾ ਦੀ ਭਗਤੀ ਬਿਨਾ, ਪ੍ਰਮਾਤਮਾ ਨੂੰ ਪਿਆਰ ਕੀਤੇ ਬਿਨਾ, ਪ੍ਰਮਾਤਮਾ ਦੇ ਉੱਤੇ ਕੰਟੈਂਪਲੇਟ ਕੀਤੇ ਬਿਨਾ, ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਚੁੱਕੈ ਮਨੇ ਹਟਦਾ ਨਹੀਂ, ਜਾਂਦਾ ਨਹੀਂ, ਚੁੱਕਦਾ ਨਹੀਂ ਉਥੋਂ। ਗੁਰ ਇਹੋ ਭੇਦ ਬਤਾਵੈ, ਮਹਾਰਾਜ ਕਹਿੰਦੇ ਹਨ ਗੁਰੂ ਇਸੀ ਭੇਦ ਨੂੰ ਖੋਲਦੇ ਹਨ, ਇਸੀ ਮਿਸਟਰੀ ਨੂੰ ਖੋਲਦੇ ਹਨ। ਇਹ ਰਹਾਉ ਦੀਆਂ ਪੰਕਤੀਆਂ ਹਨ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਗੁਰ ਇਹੋ ਭੇਦ ਬਤਾਵੈ ਰਹਾਉ, ਕਹਾਂ ਭਇਓ ਤੀਰਥ ਬ੍ਰਤ ਕੀਏ, ਰਾਮ ਸਰਨ ਨਹੀਂ ਆਵੈ। ਉਸ ਵੇਲੇ ਦੇ ਹਿੰਦੂ ਆਡੀਅנס ਜਿਹੜੀ ਸੀ, ਜਿਹੜੀ ਅਸੀਂ ਉਹੀ ਕਰਦੇ ਹਾਂ, ਜਿਹੜੀਆਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ, ਵਰਤ ਰੱਖਦੇ ਹਨ, ਗੁੰਮ ਮੇਲੇ ਤੇ ਜਾਂਦੇ ਹਨ। ਮਹਾਰਾਜ ਕਹਿੰਦੇ ਹਨ ਜੇ ਕਰੋੜਾਂ ਤੀਰਥਾਂ ਦਾ ਵੀ ਇਸ਼ਨਾਨ ਕਰ ਲਏ, ਕਹਾਂ ਭਇਓ ਤੀਰਥ ਬ੍ਰਤ ਕੀਏ, ਕੀ ਹੋ ਗਿਆ ਜੇ ਤੀਰਥ ਵੀ ਜਾ ਕੇ ਬ੍ਰਤ ਵੀ ਕੀਤੇ, ਇਸ਼ਨਾਨ ਵੀ ਕੀਤੇ, ਸਭ, ਲੇਕਿਨ ਪ੍ਰਮਾਤਮਾ ਦੀ ਸ਼ਰਨ ਤੇ ਲਿੱਤੀ ਨਹੀਂ। ਸ਼ਰਨ ਦਾ ਮਤਲਬ ਹੈ ਸ਼ੈਲਟਰ ਵਿੱਚ ਆਣਾ, ਸ਼ੈਲਟਰ ਦਾ ਮਤਲਬ ਹੈ ਪ੍ਰਮਾਤਮਾ ਦੀ ਗੱਲ ਸੁਣਨੀ, ਪ੍ਰਮਾਤਮਾ ਦੀ ਗੱਲ ਸੁਣਨੀ ਮਤਲਬ ਹੈ ਉਹਦੀ ਮਰਜ਼ੀ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਆਪਣੀ ਮਰਜ਼ੀ ਹਿਸਾਬ ਜੀਵਨ ਨਹੀਂ ਬਿਤਾਣਾ, ਆਪਣੀ ਮਰਜ਼ੀ ਦੇ ਹਿਸਾਬ ਕੰਮ ਨਹੀਂ ਕਰਨੇ, ਗੁਰੂ ਦੇ ਮਰਜ਼ੀ ਦੇ ਹਿਸਾਬ ਨਾਲ ਕੰਮ ਕਰਨੇ ਹਨ। ਉਹ ਸ਼ਰਨ ਵਿੱਚ ਆਣਾ ਹੈ, ਬਾਣੀ ਦੀ ਸ਼ਰਨ ਵਿੱਚ ਆਣਾ ਹੈ। ਬਾਣੀ ਦੀ ਜਿਹੜੀ ਪ੍ਰਿੰਸੀਪਲ ਹਨ ਉਹਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਚੇਂਜ ਕਰਨਾ ਹੈ। ਆਪਣੀ ਮਰਜ਼ੀ ਹਿਸਾਬ ਨਾਲ ਜੀਵਨ ਨਹੀਂ ਜੀਣਾ। ਉੱਥੇ ਕੁਐਸਚਨ ਨਹੀਂ ਕਰਨਾ ਆਪਣੇ ਗੁਰੂ ਨੂੰ, ਇਹ ਕਿਉਂ ਕਰੇ, ਉਹ ਕਿਉਂ ਕਰੇ, ਫਲਾਣ ਕੀ ਹੈ, ਢਿੰਗਾਣ ਕੀ ਹੈ, ਉਹਦੇ ਵਿੱਚ ਨਹੀਂ, ਉਹ ਸ਼ਰਨ ਆਣਾ ਨਹੀਂ ਹੈ। ਸ਼ਰਨ ਆਣਾ ਉਹ ਹੈ ਜਦੋਂ ਐਕਸੈਪਟ ਕਰ ਲਵੇ ਕਿ ਤੁਸੀਂ ਠੀਕ ਹੋ ਤੇ ਮੈਂ ਗਲਤ ਹਾਂ, ਜੋ ਤੁਸੀਂ ਕਹਿ ਰਹੇ ਹੋ ਮੈਂ ਉਹੀ ਕਰਾਂਗਾ। ਕਹਿੰਦੇ ਹਨ ਜੇ ਤੀਰਥ ਬ੍ਰਤ ਕੀਤੇ ਵੀ ਹਨ ਤੇ ਜੇ ਸ਼ਰਨ ਨਹੀਂ ਆਇਆ, ਜੇ ਗੱਲ ਨਹੀਂ ਸੁਣੀ ਤੇ ਕੀ ਹੋਏਗਾ। ਤੇ ਜੇ ਕੋਈ ਲੱਖਾਂ ਵਾਰੀ ਹਰਿਮੰਦਰ ਸਾਹਿਬ ਜਾ ਕੇ ਇਸ਼ਨਾਨ ਕਰ ਆਏ, ਰੋਜ਼ ਜਾਏ, 5 ਵਾਰੀ ਜਾਏ ਤੇ ਗੱਲ ਮੰਨੇ ਨਾ, ਕੋਈ ਬਾਣੀ ਅੰਦਰ ਵਿਸਾਏ ਨਾ, ਤੇ ਉਹਦਾ ਉਧਾਰ ਕਿਵੇਂ ਹੋਵੇਗਾ? ਉਧਾਰ ਨਹੀਂ ਹੋ ਸਕਦਾ। ਅਗਲੀ ਐਗਜ਼ਾਮਪਲ ਸਮਝਾਉਂਦੇ ਹਨ ਮਹਾਰਾਜ ਕਿ ਜੋਗ ਜਗ ਨੇਫਲ ਤੇ ਮਾਨਿਓ, ਜੋ ਪ੍ਰਭ ਜਸ ਬਿਸਰਾਵੈ। ਤੇ ਜਿਤਨੇ ਮਰੀ ਯੋਗ ਤੋਂ ਯੋਗ ਕਰੀ ਜਾਏ, ਵੱਡੇ ਤੋਂ ਵੱਡਾ ਯੋਗੀ ਬਣ ਜਾਏ, ਜੰਗਲਾਂ ਜਾ ਕੇ ਤਪ ਕਰ ਲਏ, ਜੋਗ ਤੇ ਜਗ ਤੋਂ ਵੱਡਾ ਯੱਗ ਕਰ ਲਏ, ਵੱਡੇ ਤੋਂ ਵੱਡੇ ਕਰਮਕਾਂਡ ਕਰ ਲਵੇ, ਨੇਫਲ ਮਨੇ ਕਿਸੇ ਕੰਮ ਦੇ ਨਹੀਂ। ਤਹਿ ਮਾਨਿਓ ਦੀ ਊੜੀ ਨੂੰ ਔਕੜੇ। ਮੈਂ ਕਹਿੰਦਾ ਹਾਂ, ਮੈਂ ਹਰ ਇੱਕ ਯੋਗ ਤੇ ਹਰ ਇੱਕ ਜਗ ਨੂੰ ਨੇਫਲ ਮੰਨਦਾ ਹਾਂ। ਜੋ ਪ੍ਰਭ ਜਸ ਬਿਸਰਾਵੇ ਮਨੇ ਭੁਲਾ ਦੇਣਾ, ਜੋ ਪ੍ਰਮਾਤਮਾ ਦੇ ਜਸ ਨੂੰ, ਪ੍ਰਮਾਤਮਾ ਦੀ ਕੀਰਤੀ ਨੂੰ ਜਿਹੜੇ ਭੁਲਾ ਦਿੰਦੇ ਹਨ, ਭਾਵ ਆਪਣੇ ਗੁਰੂ ਦੀ ਗੱਲ ਜਿਹੜੇ ਨਹੀਂ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਬਤੀਤ ਨਹੀਂ ਕਰਦੇ, ਜਿਹੜੀ ਬਾਣੀ ਦੇ ਕਹੇ ਅਸੂਲਾਂ ਨੂੰ ਮੰਨਦੇ ਨਹੀਂ ਹਨ, ਜਿਹੜੇ ਆਪਣੇ ਆਪ ਨੂੰ, ਲਾਈਫ ਨੂੰ ਢਾਲਦੇ ਨਹੀਂ ਹਨ ਉਹਨਾਂ ਚੀਜ਼ਾਂ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਦੇ ਉਪਦੇਸ਼ ਹੈ ਇੱਥੇ ਕਿ ਜੋਗ ਜਗ ਨੇਫਲ ਤੇ ਮਾਨਿਓ। ਅਸੀਂ ਨੇਫਲ ਮੰਨਦੇ ਹਾਂ, ਕਿਸੇ ਕੰਮ ਤੇ ਨਹੀਂ ਮੰਨਦੇ। ਜੋ ਪ੍ਰਭ ਜਸ ਬਿਸਰਾਵੈ, ਜੋ ਪ੍ਰਭੂ ਦਾ ਜਸ ਛੋੜ ਦਿੰਦੇ ਹਨ, ਜੋ ਪ੍ਰਭੂ ਦਾ ਜਸ ਗਾਉਂਦੇ ਨਹੀਂ ਹਨ, ਜੋ ਨਾ ਕੀਰਤਨ ਕਰਦੇ ਹਨ ਤੇ ਦੂਸਰਿਆਂ ਨੂੰ ਇਨਕਰੇਜ ਕਰਦੇ ਹਨ, ਨੋ ਕੀਰਤਨ ਦੂਸਰਿਆਂ ਨੂੰ ਸਿਖਾਉਂਦੇ ਹਨ ਤੇ ਨਾ ਆਪ ਸਿੱਖਦੇ ਹਨ, ਜੋ ਪ੍ਰਮਾਤਮਾ ਦੀ ਸਿਰਫ ਸਲਾਹ ਨਹੀਂ ਕਰਦੇ, ਉਹਨਾਂ ਦੇ ਹਰ ਕੀਤੇ ਹੋਏ ਜਗ ਤੇ ਜੋਗ, ਹਰ ਜਗ੍ਹਾ ਤੀਰਥ ਤੇ ਬ੍ਰਤ ਕੀਤੇ ਹੋਏ ਕਿਸੇ ਕੰਮ ਦੇ ਨਹੀਂ। ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ। ਤੇ ਜਿਹੜੇ ਉਹ ਇਨਸਾਨ ਜਿਹੜੇ ਆਪਣੇ ਮਾਨ, ਆਪਣੀ ਈਗੋ ਨੂੰ, ਆਪਣੇ ਆਪ ਨੂੰ ਚੰਗਾ ਗਿਣਨਾ, ਮੈਂ ਵੱਡਾ ਹਾਂ, ਮੈਂ ਕਰਨ ਵਾਲਾ ਹਾਂ, ਮੋਹ ਅਟੈਚਮੈਂਟ, ਜਿਹੜੀ ਪੂਰੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਪ੍ਰਤਪਾਲਨਾ ਕਰਦੇ ਹੋਏ, ਆਪਣੇ ਬੱਚਿਆਂ ਦੀ ਸੇਵਾ ਕਰਦੇ ਹੋਏ, ਆਪਣੇ ਹਸਬੈਂਡ ਵਾਈਫ ਦੀ ਸੇਵਾ ਕਰਦੇ ਹੋਏ, ਆਪਣੇ ਮਾਪਿਓ ਦੀ ਸੇਵਾ, ਆਪਣੇ ਭੈਣ ਭਰਾਵਾਂ ਦੀ, ਆਪਣੇ ਫਰੈਂਡਸ ਦੀ ਸੇਵਾ ਕਰਦੇ ਪੂਰੀ ਜ਼ਿੰਦਗੀ ਬਿਤਾ ਦਿੰਦੇ ਹਨ ਤੇ ਪ੍ਰਮਾਤਮਾ ਨਾਲ ਪਿਆਰ ਨਹੀਂ ਕਰ ਪਾਉਂਦੇ। ਲੇਕਿਨ ਇਹਨਾਂ ਦੋਨਾਂ ਤੋਂ ਜਿਹੜੇ ਉੱਤੇ ਉੱਠ ਜਾਂਦੇ ਹਨ, ਮਾਨ ਮੋਹ ਦੋਨੋਂ ਕੋ ਪਰ ਹਰ ਮਨੇ ਹਰ ਹਟਾ ਦਿੰਦੇ ਹਨ, ਜਿਨ੍ਹਾਂ ਦੇ ਉੱਤੇ ਵਿਕਟਰੀ ਲੈ ਲੈਂਦੇ ਹਨ, ਉਹ ਜਿਹੜੇ ਹਨ, ਉਹ ਜਿਹੜੇ ਅਸਲੀ ਜਿਹੜੇ ਸੂਰਮੇ ਜਿਹੜੇ ਹਨ, ਵਾਰੀਅਰ, ਉਹ ਗੋਬਿੰਦ ਕੇ ਗੁਣ ਗਾਵੇ, ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਤੇ ਗੁਣ ਗਾਣ ਤੋਂ ਇੱਥੇ ਮਤਲਬ ਇਹ ਹੈ ਕਿ ਉਹਨਾਂ ਗੁਣਾਂ ਨੂੰ ਬਾਰ-ਬਾਰ ਆਪਣੇ ਅੰਦਰ ਗਾਣ ਦਾ ਮਤਲਬ ਇਹ ਹੈ
ਕਿ ਉਹ ਜਿਹੜੀਆਂ ਕੁਆਲਿਟੀਆਂ ਹਨ, ਜਿਹੜੀਆਂ ਗॉडली ਕੁਆਲਿਟੀਆਂ ਹਨ, ਉਹਨਾਂ ਨੂੰ ਐਕਸੈਪਟ ਕਰਦੇ ਹਨ ਆਪਣੇ ਜੀਵਨ ਦੇ ਅੰਦਰ। ਉਹ ਆਪਣੇ ਜੀਵਨ ਦੇ ਅੰਦਰ ਪਿਓਰਿਟੀ ਲੈ ਕੇ ਆਉਂਦੇ ਹਨ, ਜੀਵਨ ਦੇ ਅੰਦਰ ਇੱਕ ਸੰਤੋਖ ਦੀ ਫੀਲਿੰਗ ਲੈ ਕੇ ਆਉਂਦੇ ਹਨ, ਜੀਵਨ ਦੇ ਅੰਦਰ ਇੱਕ ਸਚਾਈ ਦੀ ਫੀਲਿੰਗ ਲੈ ਕੇ ਆਉਂਦੇ ਹਨ। ਠੱਗੀ ਨਹੀਂ ਕਰਦੇ, ਬੇਈਮਾਨੀ ਨਹੀਂ ਕਰਦੇ, ਉਹ ਫॉरगिवनेस ਲੈ ਕੇ ਆਉਂਦੇ ਹਨ, ਦੂਸਰਿਆਂ ਨੂੰ ਫॉरगिवनेस ਕਰਨ ਦੀ ਹਿੰਮਤ ਉਹਨਾਂ 'ਚ ਪੈਦਾ ਹੁੰਦੀ ਹੈ। ਇਹ ਗੁਣ ਗਾਵੇ ਦਾ ਮਤਲਬ ਹੈ ਇੱਥੇ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ। ਨਾਨਕ ਕਹਿੰਦੇ ਹਨ, ਹੇ ਨਾਨਕ, ਹੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੱਲ ਕਹਿੰਦੇ ਹਨ, ਇਹ ਬਿਦ ਕੋ ਪ੍ਰਾਨੀ, ਬਿਦ ਮਨੇ ਹੁੰਦਾ ਇਹ ਰੈਸਿਪੀ ਹੈ, ਇਹ ਤਰੀਕਾ ਹੈ। ਇਹ ਅਗਰ ਉੱਪਰਲੀ ਲਿਖੀ ਰੈਸਿਪੀ ਕੋਈ ਫੋਲੋ ਕਰੇਗਾ, ਇਹ ਬਿਦ ਕੋ ਪ੍ਰਾਣੀ, ਪ੍ਰਾਣੀ ਮਤਲਬ ਕੋਈ ਜੀਵ, ਜੀਵਨ ਮੁਕਤ ਕਹਾਵੇ, ਉਹ ਫਿਰ ਜੀਂਦਿਆਂ ਹੋਈ ਮੁਕਤ ਹੋ ਜਾਵੇਗਾ, ਜੀਂਦਿਆਂ ਹੋਇਆਂ ਉਸ ਅਵਸਥਾ ਨੂੰ ਪ੍ਰਾਪਤ ਕਰ ਲਏਗਾ। ਤੇ ਇਹ ਇਸ ਸ਼ਬਦ ਦਾ ਜਿਹੜਾ ਹੈ ਮੁੱਖ ਭਾਵ ਹੈ ਜੀ। ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਬਿਲਾਵਲ ਦੇ ਮਲੇ ਨੋਵੇਂ ਦੇ ਸ਼ਬਦ ਦੀ। Unfortunately, I'm not at home, so I don't have access to, maybe next week when I'm there, I can maybe pick up 1 or 2 more shabads and talk about his Gurbani also. But any questions on any of the lines on this shabad? I'll wait for a second. If not, then I'll stop sharing the screen. Quick question, Niji? Okay, then I'm going to stop sharing the screen. Anybody else has any questions on any today's session? If not, then well, first of all, I wanted to thank you. I attended your class for the first time. It was thank you. Very enlightening. ਤੇ ਮੇਰੀ ਹਾਲੇ ਪੰਜਾਬੀ ਰੀਡਿੰਗ ਰਾਈਟਿੰਗ ਬੜੀ ਕਮਜ਼ੋਰ ਹੈਗੀ ਹੈ, ਸੋ ਮੈਂ ਸੋਚਦੀ ਸੀਗੀ is there a translation ਜਦੋਂ ਤੁਸੀਂ ਪਹਿਲੇ ਦੱਸ ਰਹੇ ਸੀਗੇ of ਸਾਰੀ ਗੁਰੂ ਸਾਹਿਬ ਦੀ you know how he was captured to the Kotwali, all of that? There are books available, Didi, lekin I mean, this knowledge is not like this, maybe not in one book, though. Maybe or are you not recording it? Tusi apni recording kariye? That might be the other way. No, I think somebody's microphone was on by mistake. That's what happened. But no, Viji, she's asking if there's a recording. There are various recordings for the last few months. They're on YouTube, right? Okay. I think that's what you're asking, Hana? Yeah, I'm saying, you know. Anji, jide 4-5 session pehla bhi hoye na? Okay. They're all on YouTube. Oh, so where will I find them? Surinder ji, she can go through Hariram Gupta's books also, History of the Sikhs. ਉੱਥੇ ਵੀ ਹੈ, ਤੁਹਾਨੂੰ ਮਿਲ ਜਾਏਗਾ ਸਾਰਾ ਕੁਝ। ਤੇ ਨਹੀਂ ਮਿਲੇਗਾ ਪਰ in English ਹੈਗਾ ਉਹ ਸਾਰਾ, ਉਹ ਇੰਗਲਿਸ਼ ਵਿੱਚ ਹੈ, ਥੋੜਾ ਬਹੁਤ ਡਾਊਨ ਡਿਟੇਲ ਮਿਲ ਜਾਏਗੀ। ਸਾਰੀਆਂ ਮਾਈਨਿਊਟ ਡਿਟੇਲਸ ਬੜੀਆਂ ਡਿਫਰੈਂਟ ਕਿਤਾਬਾਂ ਚੋਂ ਮਿਲਦੀਆਂ ਹਨ, ਇੱਕ ਜਗ੍ਹਾ ਤੋਂ ਨਹੀਂ ਮਿਲਦੀਆਂ, ਪਰ ਹਰੀਰਾਮ ਗੁਪਤਾ ਦੇ ਵਿੱਚ ਤੁਹਾਨੂੰ ਮਿਲ ਜਾਏਗੀ। ਲੇਕਿਨ ਜ਼ਿਆਦਾ ਜਿਹੜੇ ਡਿਟੇਲਡ ਅਕਾਊਂਟਸ ਹਨ ਉਹ ਪੰਜਾਬੀ ਵਿੱਚ ਲਿਖੇ ਹੋਏ ਜ਼ਿਆਦਾ ਮਿਲਣਗੇ ਤੁਹਾਨੂੰ ਇੰਗਲਿਸ਼ ਨਾਲੋਂ। ਬਟ ਹਰੀਰਾਮ ਗੁਪਤਾ ਮਾਈਟ ਬੀ ਅ ਗੁੱਡ ਸਟਾਰਟ। ਬਹੁਤ ਅਗਰ ਬਰੀਫ ਵਿੱਚ ਪੜ੍ਹਨਾ ਹੋਵੇ ਤੇ ਡਾਕਟਰ ਗੋਪਾਲ ਸਿੰਘਰਾਂ ਦੀ ਜਾਂ ਖੁਸ਼ਵੰਤ ਸਿੰਘਰਾਂ ਦੀ ਬੁੱਕ ਵਿੱਚ ਤੁਹਾਨੂੰ ਬਹੁਤ ਬਰੀਫ ਅਕਾਊਂਟ ਮਿਲ ਜਾਣਗੇ। ਤੇ ਡਿਟੇਲ ਵਿੱਚ ਜਾਣਾ ਹੋਵੇ ਬਹੁਤ ਜ਼ਿਆਦਾ ਤੇ ਫਿਰ ਯੂ ਹੈਵ ਟੂ ਕੰਸਲਟ ਅ ਟ੍ਰੈਡੀਸ਼ਨਲ ਆਥਰ, ਯੂ ਨੋ। ਹਾਂਜੀ। ਉਹ ਤੇ ਮੇਰੇ ਜਿਹੜੇ YouTube ਤੇ ਰਿਕਾਰਡਿੰਗ ਹਨ ਉਹ ਪਾਉਂਦੇ ਹੁੰਦੇ ਨੇ। I don't know how. I think they ਤੁਸੀਂ ਉਹ are you a member of the are you a part of the chat group ਤੇ ਉੱਥੇ ਉਹ ਪਾਉਂਦੇ ਹੁੰਦੇ ਨੇ, you know. Okay. I just posted it on the chat here. If Benji can pick that up. Okay. Just put it on the chat. Yeah. ठीक है. So that would resolve the issue. Hanji. Thank you. No problem. Anybody else see before we end the class? No questions? ठीक है. Okay, ji. And then thank you for coming, everybody. Appreciate everybody coming. And Vaheguru Ji Khalsa, Vaheguru Ji Ki Fateh.